ਸਾਹਿਤ ਅਸਲ 'ਚ ਮੈਨੂੰ ਬਚਪਨ 'ਚ ਮਿਲ ਗਿਆ ਸੀ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਜਦੋਂ ਚੌਥੀ ਕਲਾਸ ਦਾ ਸਟੂਡੈਂਟ ਸੀ ਉਸ ਵੇਲੇ, ਜਿਵੇਂ ਵੀ ਸਮਾਂ ਮਿਲਿਆ ਉਹ ਲਿਖ ਲਈਦਾ। ਜਦ ਮੈਂ ਫੋਰਸੀਬਲੀ ਕੁਛ ਨਹੀਂ ਲਿਖਦਾ, ਜੀ ਜੀ ਜਦੋਂ ਮੇਰੀ ਕੋਈ ਆਤਮਾ ਕਹਿੰਦੀ ਹੈ ਤਾਂ ਉਸ ਵੇਲੇ ਮੈਂ ਲਿਖਦਾ। ਜਿਵੇਂ ਹੁਣ ਮੈਂ ਕਿਸਾਨਾਂ ਦੇ ਪੱਖ ਵਿੱਚ ਇੱਕ ਕਵਿਤਾ ਲਿਖੀ ਹੈ। ਮੈਂ ਚਾਹੂੰਗਾ ਕਿ ਉਹ ਵੀ ਸੁਣਾ ਦਿਓ ਇੱਕ ਵਾਰੀ। ਤਨ ਮਨ ਧਨ ਸਾਡਾ ਸਭ ਦਾ ਸਾਂਝਾ ਹੈ, ਵਿਤਕਰੇ ਨਾ ਪਾਓ ਵਤਨ ਵਾਸੀਓ। ਕੇਸਰੀ ਨਿਸ਼ਾਨ ਤੇ ਤਿਰੰਗੇ ਨੂੰ ਨਾ ਉਲਝਣ ਵਿੱਚ ਪਾਓ ਵਤਨ ਵਾਸੀਓ। ਜਿਹੜਾ ਅਸਲੀ ਮਸਲਾ ਹੈ ਉਹਨੂੰ ਸੁਲਝਾਓ ਵਤਨ ਵਾਸੀਓ। ਉਹ ਮੇਰੇ ਦਿਲ 'ਚ ਬੜੀ ਖਾਹਿਸ਼ ਸੀ ਕਿ ਮੈਂ ਉਹ ਜਗ੍ਹਾ ਦੇਖਣੀ ਆ ਜਿੱਥੇ ਸਾਹਿਬਜ਼ਾਦੇ ਜਿਹੜੇ ਆ ਜਿਨ੍ਹਾਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ। ਔਰ ਉਸ ਵੇਲੇ ਬਿਲਕੁਲ ਅੰਮ੍ਰਿਤ ਵੇਲੇ ਦਾ ਸਮਾਂ ਸੀ, ਪਾਠ ਲਗਾਇਆ ਸੀ। ਸੁਣੋ ਸੁਣੋ ਮੈਂ ਖੋਲ ਸੁਣਾਵਾਂ ਕਹਾਣੀ ਇੱਕ ਦੀਵਾਰ ਦੀ, ਜ਼ਾਲਮ ਦੀ ਜ਼ੁਲਮ ਦੀ ਤੇ ਚੰਦਰੀ ਸਰਕਾਰ ਦੀ। ਕਲੀਆਂ ਨਾਲੋਂ ਕੋਮਲ ਮਨ ਸਨ, ਫੁੱਲਾਂ ਨਾਲੋਂ ਸੋਹਲ ਤਨ ਸਨ। ਉਮਰ ਸੀ ਖੇਡਣ ਮੱਲਣ ਦੀ ਤੇ ਲੋੜ ਸੀ ਬੜੀ ਪਿਆਰ ਦੀ। ਸੁਣੋ ਸੁਣੋ ਮੈਂ ਖੋਲ ਸੁਣਾਵਾਂ ਕਹਾਣੀ ਇੱਕ ਦੀਵਾਰ ਦੀ। ਫਿਰ ਉਦੋਂ ਬਾਅਦ ਮੈਂ ਥੋੜ੍ਹਾ ਜਿਹਾ ਸਿੱਖ ਇਤਿਹਾਸ ਬਾਰੇ ਵੀ ਲਿਖਿਆ, ਜਿਵੇਂ ਮੈਂ ਹੁਣ ਤੁਹਾਨੂੰ ਇੱਕ ਹੋਰ ਸੁਣਾ ਦਿੰਦਾ ਬਾਤ। ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਝੱਲਿਆ, ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਝੱਲਿਆ। ਤਲੀ ਉੱਤੇ ਸੀਸ ਧਰ ਜ਼ਾਲਮਾਂ ਨੂੰ ਠੱਲਿਆ। ਲੱਕੜੀ ਦੇ ਵਾਂਗ ਖਾਲਸਾ ਹੋ ਰਿਹਾ ਚੀਰ ਸੀ, ਜ਼ਾਲਮ ਅਤੇ ਜ਼ੁਲਮ ਵਾਲੀ ਹੋ ਗਈ ਅਖੀਰ ਸੀ। ਪਰ ਧੰਨ ਸੀ ਉਹ ਖਾਲਸਾ ਜਿਹੜਾ ਜ਼ਰਾ ਵੀ ਨਹੀਂ ਹੱਲਿਆ। ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਚੱਲਿਆ। ਇੱਕ ਸਾਡੇ ਦੇਸ਼ ਦਾ ਜਿਹੜਾ ਇੱਕ ਕਾਨੂੰਨ ਹੈ, ਹਿੰਦੂ ਮੈਰਿਜ ਐਕਟ ਹੈ ਜੀ, ਉਹਦੇ ਵਿੱਚ ਔਰਤ ਨੂੰ ਇਹਨਾਂ ਨੇ ਕੁਛ ਜ਼ਿਆਦਾ ਹੀ ਲਿਫਟ ਕੀਤਾ ਹੈ। ਬੰਦੇ ਦੇ ਹੱਥ ਵਿੱਚ ਉਹਦੇ ਕੋਲ ਕੁਛ ਨਹੀਂ। ਇਹ ਮੈਂ ਕੋਈ 20-22 ਸਾਲ ਮੇਰੀ ਵਾਈਫ ਰਹੀ ਹੈ ਮੇਰੇ ਕੋਲ, ਕੋਈ ਇਹ ਨਹੀਂ ਵੀ ਮੈਰਿਜ ਨਹੀਂ ਕਰਾਇਆ, ਮੇਰੇ ਬੱਚਾ ਵੀ ਹੋਇਆ ਸੀ ਜੀ। ਬੰਦਾ ਵੇਖੋ ਹੱਦ ਆ ਜਾਂਦੀ, ਕਿੰਨਾ ਕੁ ਬਰਦਾਸ਼ਤ ਕਰਦਾ ਜੀ। ਇੱਕ ਸਟੇਜ ਆ ਜਾਂਦੀ, ਬੰਦਾ ਫਿਰ ਕਹਿੰਦਾ ਵੀ ਯਾਰ ਇਹਦੇ ਨਾਲ ਤਾਂ ਰਹਿਣ ਹੀ ਦਿਓ ਤੁਸੀਂ। ਉਹ ਮਸਲਾ ਵੱਧਦਾ ਫਿਰ ਤੁਹਾਨੂੰ ਪਤਾ ਹੀ ਆ ਸਾਡਾ ਸਮਾਜ ਕਿੱਦਾਂ ਦਾ, ਉਹਨੇ ਵਧਾ ਦਿੱਤਾ। ਆਖਰ ਮੈਟਰ ਜਿਹੜੀ ਡਾਈਵੋਰਸ 'ਤੇ ਮੁੱਕੀ। ਖੁਸ਼ੀ ਤੁਹਾਡੇ ਜਿਹੜੇ ਕਰਮ ਜਾਂ ਕੰਮ ਚੰਗੇ ਕੰਮਾਂ ਨਾਲ ਮਿਲਦੀ ਹੈ। ਮਾਨਸਿਕ ਸ਼ਾਂਤੀ ਤੁਹਾਨੂੰ ਤਦੇ ਹੀ ਮਿਲੇਗੀ ਜੇ ਤੁਹਾਡਾ ਕੰਮ ਜਾਂ ਕਰਮ ਸ਼ੁੱਧ ਹੋਊਗਾ। ਤੇ ਜਿਹੜੇ ਹੁਣ ਅੱਜ ਕੱਲ੍ਹ ਦੇ ਮੁੰਡੇ ਆ ਉਹ ਤਾਂ ਜਿੱਦਾਂ ਕੱਪੜੇ ਪਾਉਂਦੇ ਆ ਘੁੱਟੇ ਹੋਏ ਰਹਿੰਦੇ ਹਰ ਵੇਲੇ। ਮੈਂ ਤਾਂ ਕਾਲਜ ਲਾਈਫ ਦੇ ਵਿੱਚ ਵੀ ਕਦੀ ਇੰਨਾ ਫੈਸ਼ਨ ਦੇ ਵੱਲ ਨਹੀਂ ਸੀ ਗਿਆ। ਮੈਂ ਕਿਹਾ ਪੱਟ ਸੁੱਟਿਆ ਫੈਸ਼ਨਾਂ ਨੇ, ਔਖਾ ਹੋਇਆ ਗੁਜ਼ਾਰਾ। 250 ਦੀ ਇੱਕ ਪਤਲੂਨ ਸਮਾਈ, ਸਿੰਘਾਂ ਨੇ ਭੁੱਖਾ ਮਾਰ ਕੇ ਟੱਬਰ ਸਾਰਾ। ਨਾਲ ਸਮੇਂ ਦੇ ਚੱਲਣਾ ਪੈਂਦਾ, ਚੱਲਦਾ ਨਾ ਕੋਈ ਚਾਰਾ। ਕਿਵੇਂ ਪਛਾਣੀਏ ਫੈਸ਼ਨ ਪੱਟਿਆਂ 'ਚੋਂ ਕਰਤਾਰੀ ਤੇ ਕਰਤਾਰਾ। ਜਦੋਂ ਦਾ ਚੱਲਿਆ ਇਹ ਤੰਗ ਫੈਸ਼ਨ, ਉਦੋਂ 1 ਪੀਸ ਚੱਲਦਾ ਸੀ। ਜਦੋਂ ਦਾ ਚੱਲਿਆ ਇਹ ਤੰਗ ਫੈਸ਼ਨ, ਦੁਨੀਆ ਸਾਰੀ ਤੰਗ ਹੋ ਗਈ। ਨਾ ਕੋਈ ਮਾਂ ਸਮਝੇ ਨਾ ਕੋਈ ਭੈਣ ਸਮਝੇ, ਦੁਨੀਆ ਹੀ ਸਾਰੀ ਨਿਸੰਗ ਹੋ ਗਈ। ਖੱਟਿਆ ਕਮਾਇਆ ਲੱਗ ਗਿਆ ਸਭ ਫੈਸ਼ਨਾਂ ਤੇ, ਦੁਨੀਆ ਹੀ ਨੰਗ ਮਲੰਗ ਹੋ ਗਈ। ਉਹ ਸੰਧੂ ਸੜਕ ਤੇ ਜਾਂਦਾ ਦੇਖ ਤੰਗ ਫੈਸ਼ਨ, ਸੰਤ ਮਹਿੰਗਾ ਰਾਮ ਦੀ ਭਗਤੀ ਵੀ ਭੰਗ ਹੋ ਗਈ। ਚਾਹੇ ਤੁਸੀਂ ਸਾਹਿਤ ਲਿਖ ਲਓ, ਚਾਹੇ ਤੁਸੀਂ ਬੈਸਟ ਐਥਲੀਟ ਬਣ ਜਾਓ, ਚਾਹੇ ਤੁਸੀਂ ਦੁਨੀਆ ਦੇ ਪ੍ਰਾਈਮ ਮਿਨਿਸਟਰ ਨਹੀਂ ਬਲਕਿ ਪੂਰੇ ਵਰਲਡ ਦੇ ਰਾਜਾ ਬਣ ਜਾਓ। ਜਦੋਂ ਬੰਦੇ ਦੀ ਡੈਥ ਹੁੰਦੀ ਆ ਉਸ ਵੇਲੇ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਲਾਈਫ 'ਚ ਕੀ ਕੀਤੀ।
ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਜਿਹੜੇ ਲੋਕ ਸਾਹਿਤ ਨੂੰ ਪਿਆਰ ਕਰਦੇ ਨੇ ਉਹ ਕੁਦਰਤ ਦੀ ਗੋਦ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ। ਤੇ ਅੱਜ ਮੈਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ, ਸਾਹਿਤ ਦਾ ਖਜ਼ਾਨਾ ਉਹਨਾਂ ਦੇ ਕੋਲ ਭਰਪੂਰ ਹੈ, ਪਰ ਅੱਜ ਤੱਕ ਕਦੇ ਨਾ ਤਾਂ ਕਿਸੇ ਉਹ ਇੰਟਰਵਿਊ ਦੇ ਵਿੱਚ ਸਾਹਮਣੇ ਆਏ ਨੇ ਤੇ ਨਾ ਹੀ ਕਿਸੇ ਰੇਡੀਓ ਸਟੇਸ਼ਨ ਦੇ ਉੱਤੇ ਜਾ ਕੇ ਉਹਨਾਂ ਨੇ ਆਪਣੀ ਆਵਾਜ਼ ਨੂੰ ਰੱਖਿਆ। ਉਹਨਾਂ ਦਾ ਮਕਸਦ ਇੱਕੋ ਹੈ, ਸਾਹਿਤ ਦੇ ਨਾਲ ਪਿਆਰ ਕਰਨਾ। ਇੱਕ ਵਾਰ ਮੈਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਰਹਿੰਦੇ ਨੇ। ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਜਗ੍ਹਾ ਬਣਾਈ ਗਈ ਹੈ ਜਿੱਥੇ ਇੱਕ ਛੰਨ ਪਾਈ ਹੋਈ ਹੈ, ਆਲੇ ਦੁਆਲੇ ਦਰਖਤ, ਤੁਹਾਨੂੰ ਹਰਿਆਲੀ ਨਜ਼ਰ ਆਉਂਦੀ ਹੋਊਗੀ। ਤਾਂ ਅਜਿਹੇ ਵਾਤਾਵਰਨ ਦੇ ਵਿੱਚ ਰਹਿ ਕੇ ਸਾਹਿਤ ਦੀ ਰਚਨਾ ਕਰਨੀ, ਕਵਿਤਾਵਾਂ ਲਿਖਣੀਆਂ, ਇਹ ਸ਼ਾਇਦ ਸਾਡੇ ਲਈ ਜਾਂ ਆਮ ਲੋਕਾਂ ਦੇ ਲਈ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ। ਪਰ ਇੱਕ ਕਵੀ ਕਿਸ ਕਦਰ ਸੋਚਦਾ ਹੈ, ਉਹ ਅਜਿਹੇ ਵਾਤਾਵਰਨ 'ਚ ਕਿਉਂ ਰਹਿੰਦਾ ਹੈ, ਅਜਿਹੀ ਮੁਲਾਕਾਤ ਤੁਹਾਡੇ ਨਾਲ ਅੱਜ ਮੈਂ ਕਰਵਾਉਣ ਜਾ ਰਿਹਾ। ਬੇਹੱਦ ਖਾਸ ਮੁਲਾਕਾਤ ਹੈ ਕਿਉਂਕਿ ਜਿਹੜੀ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਉਹਨਾਂ ਦੀ ਸਧਾਰਨ ਜ਼ਿੰਦਗੀ ਹੈ। ਔਰ ਸੁਣਿਆ ਹੈ ਕਿ 3 ਵਾਰ ਕਹਿੰਦੇ ਉਹਨਾਂ ਨੇ PCS ਦਾ ਪੇਪਰ ਵੀ ਕਲੀਅਰ ਕੀਤਾ ਆਪਣੇ ਸਮੇਂ ਦੇ ਵਿੱਚ, ਔਰ 27 ਸਰਕਾਰੀ ਨੌਕਰੀਆਂ ਤੱਕ ਵੀ ਉਹਨਾਂ ਦੇ ਪਰਮਾਤਮਾ ਨੇ ਝੋਲੀ 'ਚ ਪਾਈਆਂ ਸੀ। ਸਾਡੇ ਨਾਲ ਰਾਏ ਸਾਹਿਬ ਨੇ, ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਔਰ ਹਮਦਰਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਂ, ਆਪਣਾ ਥੋੜ੍ਹਾ ਜਿਹਾ ਵੇਰਵਾ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਮੀਅਤ ਰਾਏ ਸੰਧੂ ਹੈਗਾ ਤੇ ਮੈਂ ਪਿੰਡ ਬੋਦਲ ਦਾ ਵਸਨੀਕ ਹਾਂ। ਸੰਧੂ ਸਾਹਿਬ ਤੁਹਾਡੇ ਜੀਵਨ ਦੇ ਬਾਰੇ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਹੈ। ਮੈਂ ਜਿਸ ਤਰੀਕੇ ਦੇ ਨਾਲ ਸੁਣਿਆ ਕਹਿੰਦੇ 3 ਵਾਰ PCS ਦਾ ਪੇਪਰ ਵੀ ਕਲੀਅਰ ਕੀਤਾ, ਔਰ ਇੱਕ ਵਾਰ PCS ਕਲੀਅਰ ਕੀਤਾ। ਬਾਕੀ ਮੈਂ ਸ਼ਾਰਟ ਸਰਵਿਸ ਕਮਿਸ਼ਨ ਦਾ ਪ੍ਰੀਲਿਮਿਨਰੀ ਟੈਸਟ ਵੀ ਕਲੀਅਰ ਕੀਤਾ। ਇਸ ਤੋਂ ਇਲਾਵਾ ਫਿਰ ਹੋਰ ਵੀ ਕਈ ਟੈਸਟ ਪਾਸ ਕੀਤੇ ਆ ਜਿਹੜੇ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਸੀਗੇ, ਜਿਵੇਂ ASI ਪੰਜਾਬ ਪੁਲਿਸ ਦਾ ਵੀ ਮੈਂ ਰਿਟਨ ਟੈਸਟ, ਫਿਜ਼ੀਕਲ ਟੈਸਟ ਪਾਸ ਕੀਤੇ ਆ। ਇਹ ਤੋਂ ਇਲਾਵਾ ਨਾਇਬ ਤਹਿਸੀਲਦਾਰ ਜਾਂ ਹੋਰ ਕਈ ਜਿੰਨੀਆਂ ਪੋਸਟਾਂ ਨਿਕਲਦੀਆਂ ਰਹੀਆਂ, ਹੁਣ ਇੰਨਾ ਮੈਂ ਡਿਟੇਲ 'ਚ ਤਾਂ ਨਹੀਂ ਤੁਹਾਨੂੰ ਦੱਸ ਸਕਦਾ ਜੀ। ਪਰ ਮੋਟਾ ਉਹ ਤੋਂ ਬਾਅਦ ਮੈਂ ਮਾਰਕੀਟ ਕਮੇਟੀ 'ਚ ਵੀ ਸਰਵਿਸ ਕੀਤੀ ਹੈ, ਸਿਵਲ ਸੈਕਟਰੀਏਟ ਚੰਡੀਗੜ੍ਹ ਵੀ ਕੀਤੀ ਹੈ। ਆਫਟਰ ਦੈਟ ਮੈਂ FCA ਵਿੱਚ ਜੁਆਇਨ ਕੀਤਾ, ਜਿੱਥੇ ਮੈਂ ਰਿਟਾਇਰਮੈਂਟ ਲਈ ਆਪਣੀ। ਕਹਿੰਦੇ ਨੌਕਰੀਆਂ ਬਹੁਤ ਤੁਹਾਡੀ ਜੀਵਨ ਦੇ ਵਿੱਚ, ਤੁਸੀਂ ਟੈਸਟ ਪਾਸ ਕੀਤੇ ਤਾਂ ਨੌਕਰੀਆਂ ਬਹੁਤ, ਕਹਿੰਦੇ 27 ਦੇ ਕਰੀਬ ਸਰਕਾਰੀ ਨੌਕਰੀਆਂ ਮਿਲੀਆਂ ਤੁਹਾਨੂੰ। ਕਾਫੀ ਜਿੰਨੇ ਵੀ ਟੈਸਟ ਲਗਭਗ ਨਿਕਲਦੇ ਹੁੰਦੇ ਸੀ ਦੇ ਜਾਈਦੇ ਸੀਗੇ। ਤੇ ਇਹ ਵੱਖਰੀ ਗੱਲ ਵਾ ਵੀ ਕਿਸੇ ਸਿਲੈਕਸ਼ਨ ਹੁੰਦੀ ਸੀ, ਕਿਸੇ 'ਚ ਨਹੀਂ ਹੁੰਦੀ ਸੀ। ਰਿਟਨ ਟੈਸਟ ਲਗਭਗ ਪਾਸ ਕਰ ਲਈਏ ਸੀ। ਸੰਧੂ ਸਾਹਿਬ ਸਾਹਿਤ ਦੇ ਨਾਲ ਕਹਿੰਦੇ ਬਹੁਤ ਪਿਆਰ ਹੈ। ਬਚਪਨ ਕਿਵੇਂ ਬੀਤਿਆ ਤੁਹਾਡਾ? ਕਿੱਥੇ ਪੜ੍ਹੇ ਤੁਸੀਂ? ਕਿੰਨੇ ਪੜ੍ਹੇ ਹੋ? ਸਾਹਿਤ ਅਸਲ 'ਚ ਮੈਨੂੰ ਬਚਪਨ 'ਚ ਮਿਲ ਗਿਆ ਸੀ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਜਦੋਂ 4ਥੀ ਕਲਾਸ ਦਾ ਸਟੂਡੈਂਟ ਸੀ, ਉਸ ਵੇਲੇ ਜਦੋਂ ਮੈਨੂੰ ਡੈਕਲਾਮੇਸ਼ਨ ਕੰਟੈਸਟ ਦੇ ਵਿੱਚ ਫਿਰੋਜ਼ਪੁਰ ਅਧਿਆਪਕਾਂ ਨੇ ਸਪੈਸ਼ਲੀ ਚੁਣਿਆ ਸੀ, ਔਰ ਉੱਥੇ ਮੈਂ 4ਥੀ ਦੇ ਕਲਾਸ ਦੇ ਸਟੂਡੈਂਟ ਨੇ ਹਿੰਦੀ ਵਿੱਚ ਸਪੀਚ ਦਿੱਤੀ ਸੀ। ਅਤੇ ਮੈਨੂੰ ਅੱਜ ਤੱਕ ਯਾਦ ਆ ਕਿ ਮੈਨੂੰ ਉੱਥੋਂ ਫਸਟ ਪ੍ਰਾਈਜ਼ ਮਿਲਿਆ ਸੀ। ਮਿਲਿਆ ਕੀ ਸੀ? ਇੱਕ ਸਾਬਣਦਾਨੀ ਅਤੇ ਇੱਕ ਹਮਾਮ ਸਾਬਣ ਦੀ ਟਿੱਕੀ। ਅੱਛਾ। ਅਤੇ ਉਹ ਮੇਰੀ ਪਹਿਲੀ ਸ਼ੁਰੂਆਤ ਸੀਗੀ ਡੈਕਲਾਮੇਸ਼ਨ ਜਾਂ ਆਰਟ ਸਮਝ ਲਿਓ, ਲਿਟਰੇਚਰ ਸਮਝ ਲਓ, ਕੁਛ ਵੀ ਸਮਝ ਲਓ ਉਸ ਸਮੇਂ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਜਿਵੇਂ ਮੇਰੀ ਲਾਈਫ ਅੱਗੇ ਚੱਲਦੀ ਰਹੀ, 5ਵੀਂ 6ਵੀਂ 'ਤੇ ਮੈਂ ਖੈਰ DAV ਸਕੂਲੇ ਸੀ, ਇੱਥੋਂ ਪਿੰਡ ਤੋਂ ਜਾਣਾ ਪੈਂਦਾ ਹੁੰਦਾ ਸੀ। ਅਤੇ 7ਵੀਂ 8ਵੀਂ ਦੇ ਵਿੱਚ 6ਵੀਂ 7ਵੀਂ 8ਵੀਂ ਜਾ ਕੇ ਫਾਜ਼ਿਲਕੇ ਮੇਰਾ ਵਧੀਆ ਕੈਰੀਅਰ ਬਣਿਆ। ਉੱਥੇ ਵੀ ਮੈਂ ਸਟੇਜ 'ਤੇ ਪੋਇਟਰੀ ਜਾਂ ਕੁਛ ਹੋਰ, ਉੱਥੇ ਇੱਕ ਸਰਦਾਰ ਜੀ ਹੁੰਦੇ ਸੀਗੇ ਜਿਹੜੇ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਟੀਚਰ, ਪਤਾ ਨਹੀਂ ਅੱਜ ਕੱਲ੍ਹ ਹੈਗੇ ਜਾਂ ਨਹੀਂ। ਉਹਨਾਂ ਦੇ ਲਫ਼ਜ਼ ਸੀਗੇ ਵੀ ਇਹ ਮੁੰਡਾ ਕਿਸੇ ਦਿਨ ਬਹੁਤ ਵੱਡਾ ਲਿਖਾਰੀ ਬਣਨਾ। ਅਤੇ ਉਹ ਤੋਂ ਬਾਅਦ ਫਿਰ ਚਲੋ 9ਵੀਂ 10ਵੀਂ 'ਚ ਵੀ ਚੱਲਦਾ ਰਿਹਾ। ਈਵਨ ਦੈਨ ਕਾਲਜ ਲਾਈਫ ਦੇ ਵਿੱਚ ਵੀ ਮੈਂ ਆਪਣਾ ਸਫ਼ਰ ਜਾਰੀ ਰੱਖਿਆ। ਇੱਥੋਂ ਤੱਕ ਵੀ ਟਾਂਡੇ ਕਾਲਜ ਵਿੱਚ ਮੈਂ ਮਿਸਟਰ ਸਪੀਕਰ ਵੀ ਚੁਣ ਹੋਇਆ, ਆਲ ਰਾਊਂਡ ਬੈਸਟ ਸਟੂਡੈਂਟ ਆਫ ਦੀ ਕਾਲਜ ਵੀ ਚੁਣ ਹੋਇਆ। ਇਸ ਤੋਂ ਇਲਾਵਾ ਮੈਂ ਬੈਸਟ ਪੋਇਟ ਵੀ ਚੁਣ ਹੋਇਆ। ਪੋਲੀਟੀਕਲ ਸੁਸਾਇਟੀ ਜਿਹੜੀ ਸੀ ਉਹਦਾ ਪ੍ਰੈਜ਼ੀਡੈਂਟ ਵੀ ਮੈਨੂੰ ਬਣਾਇਆ ਗਿਆ। ਇਸ ਢੰਗ ਨਾਲ ਜੀਵਨ ਅੱਗੇ ਤੋਂ ਅੱਗੇ ਚੱਲਦਾ ਰਿਹਾ। ਜਿਵੇਂ ਵੀ ਸਮਾਂ ਮਿਲਿਆ ਉਹ ਲਿਖ ਲਈਦਾ। ਜਦ ਮੈਂ ਫੋਰਸੀਬਲੀ ਕੁਛ ਨਹੀਂ ਲਿਖਦਾ, ਜਦੋਂ ਮੇਰੀ ਕੋਈ ਆਤਮਾ ਕਹਿੰਦੀ ਹੈ ਤਾਂ ਉਸ ਵੇਲੇ ਮੈਂ ਲਿਖਦਾ। ਮੇਰਾ ਕੋਈ ਪ੍ਰੋਫੈਸ਼ਨ ਨਹੀਂ ਵੀ ਮੈਂ ਲਿਖਣਾ, ਇਹ ਸਿਰਫ ਮੇਰੀ ਨੇਚਰਲ ਮੈਟਰ ਹੈਗੀ ਆ। ਜਦੋਂ ਮੇਰਾ ਦਿਲ ਕਰਦਾ ਮੈਂ ਲਿਖ ਦਿੰਦਾ। ਜਿਵੇਂ ਜਿਸ ਵਿਸ਼ੇ 'ਤੇ ਵੀ ਮੈਨੂੰ ਮਹਿਸੂਸ ਹੁੰਦਾ ਨਾ ਵੀ ਠੀਕ ਆ, ਇਹਦੇ 'ਤੇ ਲਿਖਣਾ ਚਾਹੀਦਾ, ਧੱਕੇਸ਼ਾਹੀ ਹੋ ਰਹੀ ਜਾਂ ਬੇਇਨਸਾਫੀ ਹੋ ਰਹੀ ਹੈ। ਜਿਵੇਂ ਹੁਣ ਮੈਂ ਕਿਸਾਨਾਂ ਦੇ ਪੱਖ ਵਿੱਚ ਇੱਕ ਕਵਿਤਾ ਲਿਖੀ ਹੈ, ਮੈਂ ਚਾਹੂੰਗਾ ਕਿ ਉਹ ਸੁਣਾ ਦਿਓ ਇੱਕ ਵਾਰੀ।
ਉਹਦੇ ਮੈਂ ਤੁਹਾਨੂੰ ਬਹੁਤੀ ਤਾਂ ਹੁਣ ਲੰਬੀ ਗੱਲ ਨਹੀਂ ਕਹਿਣੀ ਚਾਹੁੰਦਾ। ਉਹਦੀ ਆਖਰੀ ਲਾਈਨ ਹੀ ਮੈਂ ਕਹਿ ਦਿੰਦਾ। ਮੈਂ ਦੇਸ਼ ਵਾਸੀਆਂ ਨੂੰ ਕਿਹਾ ਕਿ ਇੰਟਰਨੈਟ 'ਤੇ ਪਈ ਹੈ ਮੇਰੀ ਕਵਿਤਾ ਉਹ, ਤਨ ਮਨ ਤਨ ਸਾਡਾ ਸਭ ਦਾ ਸਾਂਝਾ ਹੈ, ਵਿਤਕਰੇ ਨਾ ਪਾਓ ਵਤਨ ਵਾਸੀਓ, ਕੇਸਰੀ ਨਿਸ਼ਾਨ ਤੇ ਤਿਰੰਗੇ ਨੂੰ ਨਾ ਉਲਝਣ ਵਿੱਚ ਪਾਓ ਵਤਨ ਵਾਸੀਓ, ਜਿਹੜਾ ਅਸਲੀ ਮਸਲਾ ਹੈ ਉਹਨੂੰ ਸੁਲਝਾਓ ਵਤਨ ਵਾਸੀਓ। ਤੇ ਇਹ ਤੋਂ ਇਲਾਵਾ ਵੀ ਫਿਰ ਮੈਂ ਜਿਸ ਵੀ ਮਤਲਬ ਮੇਰਾ ਮਾਈਂਡ ਜਿੱਧਰ ਨੂੰ ਵੀ ਤੁਰਦਾ ਹੈ, ਆਤਮਾ ਕਹਿੰਦੀ ਹੈ। ਹੁਣ ਮੈਂ ਸਿੱਖ ਇਤਿਹਾਸ ਬਾਰੇ ਵੀ ਕੁਛ ਲਿਖਣ ਦੀ ਕੋਸ਼ਿਸ਼ ਕਰਨ ਲੱਗਾ। ਉਹਦੇ ਬਾਰੇ ਵਿੱਚ ਇੱਕ ਤਾਂ ਮੈਂ ਸਾਹਿਬਜ਼ਾਦਿਆਂ ਬਾਰੇ ਜਿਹੜੇ ਸਰਹੰਦ ਦੀਆਂ ਦੀਵਾਰਾਂ ਚਿਣੇ ਗਏ ਸੀ, ਕਿਉਂਕਿ ਮੈਨੂੰ ਇੱਕ ਵਾਰੀ ਸਮਾਂ ਮਿਲਿਆ ਸੀ, ਬੜੀ ਅਜੀਬੋ ਗਰੀਬ ਘਟਨਾ ਮੇਰੇ ਨਾਲ ਹੋਈ ਸੀ ਉਦੋਂ। ਮੈਂ ਇੱਥੋਂ ਦਸੂਹੇ ਤੋਂ ਜਾਣਾ ਸੀ ਦਿੱਲੀ ਨੂੰ, ਕੁਛ ਸਰਕਾਰੀ ਕੰਮ ਸੀ, ਦਿਨਾਰ ਭਵਨ ਪਹੁੰਚਣਾ, ਔਰ ਉਸ ਵੇਲੇ ਮੈਨੂੰ ਕੋਈ ਸਾਧਨ ਲਈ ਜਾਣ ਲਈ ਲੱਭ ਨਹੀਂ ਰਿਹਾ ਸੀ। ਮੈਂ ਕਿਹਾ ਚਲੋ ਯਾਰ ਕੋਈ ਮਾਲ ਟ੍ਰੇਨ ਹੀ ਆਊਗੀ, ਉੱਥੇ ਬਹਿ ਜਾਵਾਂਗੇ। ਆਖਿਰ ਇੱਕ ਨਾ ਟ੍ਰੇਨ ਆਈ, ਮਾਲਵਾ ਐਕਸਪ੍ਰੈਸ ਸੀ, ਉਹਦੇ ਮੈਂ ਲਾਸਟ ਡੱਬੇ 'ਚ ਆਰਮੀ ਦਾ ਡੱਬਾ ਸੀ ਉਹ। ਮੈਂ ਜਿਹੜਾ ਆਪਣਾ ਬੈਗ ਸੀ ਚੱਕ ਕੇ ਵਿੱਚ ਮਾਰਿਆ, ਆਰਮੀ ਵਾਲਿਆਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਆਰਮੀ ਦੇ ਆ? ਮੈਂ ਕਿਹਾ ਜੀ ਮੈਂ ਦਿੱਲੀ ਜਾਣਾ, ਤੁਸੀਂ ਇਸ ਗੱਲ ਨੂੰ ਛੱਡੋ। ਉਹ ਅਨਫਾਰਚੂਨੇਟਲੀ ਨਾ ਟ੍ਰੇਨ ਜਲੰਧਰ ਗਈ, ਜਲੰਧਰ ਤੋਂ ਅੱਗੇ ਜਾਂਦਿਆਂ ਲੁਧਿਆਣੇ ਲਾਗੇ, ਲੁਧਿਆਣਾ ਟੱਪ ਕੇ ਸਾਧੂ ਵਾਲਾ ਇੱਕ ਸਟੇਸ਼ਨ ਆਉਂਦਾ ਜਿਹੜਾ ਸਰਹੰਦ ਤੋਂ ਅੱਗੇ ਆ। ਉਹ ਮੇਰੇ ਦਿਲ 'ਚ ਬੜੀ ਖਾਹਿਸ਼ ਸੀ ਕਿ ਮੈਂ ਉਹ ਜਗ੍ਹਾ ਦੇਖਣੀ ਆ ਜਿੱਥੇ ਸਾਹਿਬਜ਼ਾਦੇ ਜਿਹੜੇ ਆ ਜਿਨ੍ਹਾਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ। ਪਰ ਮੈਂ ਕਿਹਾ ਯਾਰ ਸਵੇਰੇ 10 ਵਜੇ 365 ਮੁਲਾਜ਼ਮਾਂ ਦੀ ਕਿਸਮਤ ਆ, ਉਹ ਵੀ ਪਹੁੰਚਾਉਣੀ ਆ। ਮੈਂ ਕਿਹਾ ਨਹੀਂ ਫਿਰ ਆਉਂਦੇ ਦੇਖਾਂਗੇ। ਉਹ ਅਨਫਾਰਚੂਨੇਟਲੀ ਸਾਧੂ ਵਾਲਾ ਸਟੇਸ਼ਨ 'ਤੇ ਅੱਗੇ ਕੋਈ ਮਾਲ ਟ੍ਰੇਨ ਉਲਟੀ ਹੋ ਸੀ, ਉਹ ਟ੍ਰੇਨ ਫਿਰ ਵਾਪਸ ਆ ਗਈ ਜਲੰਧਰ ਸਾਈਡ ਨੂੰ। ਫਿਰ ਜਦੋਂ ਸਰਹੰਦ ਆਈ ਮੈਂ ਕਿਹਾ ਹੁਣ ਜੋ ਮਰਜ਼ੀ ਹੋ ਜਾਏ, ਹੁਣ ਮੈਂ ਨਾ ਦੇਖ ਕੇ ਹੀ ਜਾਣਾ। ਮੈਂ ਉੱਥੋਂ ਉਤਰਿਆ ਕਿ ਮੈਂ ਰੇਲਵੇ ਵਾਲੇ ਪਰਸਨ ਨੂੰ ਪੁੱਛਿਆ, ਮੈਂ ਕਿਹਾ ਜੀ ਇੱਥੇ ਜਿੱਥੇ ਸਾਹਿਬਜ਼ਾਦੇ ਨੀਹਾਂ ਚਿਣੇ ਗਏ ਸੀ ਉਹ ਕਿੱਥੇ ਕੁ ਜਗ੍ਹਾ? ਉਹ ਕਹਿੰਦੇ ਜੀ ਆਹ ਲਾਈਨਾਂ ਟੱਪ ਜਾਓ, ਅੱਗੇ ਮਿੰਨੀ ਬੱਸਾਂ ਜਾਣੀਆਂ, ਤੁਸੀਂ ਕਹੋ ਵੀ ਅਸੀਂ ਫਤਿਹਗੜ੍ਹ ਸਾਹਿਬ ਜਾਣਾ। ਮੈਂ ਉਹ ਲਾਈਨਾਂ ਟੱਪ ਕੇ ਗਿਆ, ਕਿ ਮਿੰਨੀ ਬੱਸ ਆਈ, ਉਹ ਬੈਠ ਕੇ ਮੈਂ ਜਦੋਂ ਫਤਿਹਗੜ੍ਹ ਸਾਹਿਬ ਗਿਆ, ਟਿੱਬਾ ਸੀ, ਅੰਦਰ ਜਾ ਕੇ ਮੈਂ ਇੱਕ ਪਾਠੀ ਸਾਹਿਬ ਸੀਗੇ, ਉਹ ਪਾਠ ਕਰ ਰਹੇ ਸੀਗੇ। ਮੈਂ ਉਹਨਾਂ ਨੂੰ ਕਿਹਾ ਭਾਜੀ ਮੈਂ ਅੱਜ ਦੇਖਣ ਆਇਆ ਉਹ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ ਗਿਆ, ਔਰ ਉਸ ਵੇਲੇ ਬਿਲਕੁਲ ਅੰਮ੍ਰਿਤ ਵੇਲੇ ਦਾ ਸਮਾਂ ਸੀ, ਪਾਠ ਲਗਾਇਆ ਸੀ। ਉਹਨੇ ਕਿਹਾ ਜੀ ਤੁਸੀਂ ਭੋਰਾ ਸਾਹਿਬ ਜਾਣਾ ਚਾਹੁੰਦੇ ਆ? ਮੈਂ ਕਿਹਾ ਹਾਂਜੀ। ਉਹ ਕਹਿੰਦੇ ਵੀ ਥੱਲੇ ਉਤਰ ਜਾਓ। ਮੈਂ ਥੱਲੇ ਉਤਰ ਕੇ ਉਹ ਜਗ੍ਹਾ ਦੇਖੀ ਜਿੱਥੇ ਸਾਹਿਬਜ਼ਾਦੇ ਨੀਹਾਂ ਚਿਣੇ ਗਏ ਸੀ, ਜਾਂ ਜੋ ਵੀ ਉਹਨਾਂ ਨਾਲ ਤਸ਼ੱਦਦ ਹੋਇਆ। ਬੜਾ ਮਨ ਦੁਖੀ ਹੋਇਆ, ਮੇਰੀਆਂ ਅੱਖਾਂ ਵੀ ਭਰ ਗਈਆਂ ਉੱਥੇ। ਇਹ ਮਾਸੂਮ ਬੱਚਿਆਂ ਦੀ ਸ਼ਹਾਦਤ ਨੂੰ ਸਮਝ ਕੇ, ਸੋਚ ਕੇ, ਦੇਖ ਕੇ ਫਿਰ ਮੈਂ ਉਹਨਾਂ 'ਤੇ ਇਹ ਲਿਖੀਆਂ ਸੀ 2-4 ਲਾਈਨਾਂ। ਸੁਣੋ ਸੁਣੋ ਮੈਂ ਖੋਲ੍ਹ ਸੁਣਾਵਾਂ ਕਹਾਣੀ ਇੱਕ ਦੀਵਾਰ ਦੀ, ਜ਼ਾਲਮ ਦੀ, ਜ਼ੁਲਮ ਦੀ ਅਤੇ ਚੰਦਰੀ ਸਰਕਾਰ ਦੀ। ਕਲੀਆਂ ਨਾਲੋਂ ਕੋਮਲ ਮਨ ਸਨ, ਫੁੱਲਾਂ ਨਾਲੋਂ ਸੋਹਲ ਤਨ ਸਨ, ਉਮਰ ਸੀ ਖੇਡਣ ਮੱਲਣ ਦੀ ਅਤੇ ਲੋੜ ਸੀ ਬੜੀ ਪਿਆਰ ਦੀ। ਸੁਣੋ ਸੁਣੋ ਮੈਂ ਖੋਲ੍ਹ ਸੁਣਾਵਾਂ ਕਹਾਣੀ ਇੱਕ ਦੀਵਾਰ ਦੀ। ਉਸ ਤੋਂ ਬਾਅਦ ਇਹ ਨਹੀਂ ਹੋ, ਮੈਂ ਉੱਥੇ ਅਰਦਾਸ ਹੋ ਰਹੀ ਸੀ ਉਸ ਵੇਲੇ। ਅਰਦਾਸ ਵਿੱਚੋਂ ਮੈਂ ਪ੍ਰਸ਼ਾਦ ਲਿਆ, ਮੈਂ ਵੀ ਪ੍ਰਸ਼ਾਦ ਕਰਵਾਇਆ। ਆਫਟਰ ਦੈਟ ਮੈਂ ਆਇਆ ਅਤੇ ਉੱਥੇ ਇੱਕ ਚੌਕ ਆ ਸਰਹੰਦ। ਉਹ ਮਿੰਨੀ ਬੱਸ ਵਾਲੇ ਨੂੰ ਮੈਂ ਕਿਹਾ ਯਾਰ ਮੈਂ ਦਿੱਲੀ ਜਾਣਾ। ਕਹਿੰਦੇ ਤੁਸੀਂ ਚੌਕ 'ਚ ਉਤਰ ਜਾਓ। ਉੱਥੇ ਹਰਿਆਣਾ ਰੋਡਵੇਜ਼ ਦੀ ਬੱਸ ਆਈ। ਉਹ ਕੰਡਕਟਰ ਨੇ ਰੌਲਾ ਪਾਇਆ, ਆ ਜਾਓ ਜਿਵੇਂ ਦਿੱਲੀ ਜਾਣਾ, ਐਸਾ ਗਾਡਾ ਨਹੀਂ ਮਿਲੇਗਾ, ਐਸਾ ਗਾਡਾ ਨਹੀਂ ਮਿਲੇਗਾ। ਮੈਂ ਅੱਗੇ ਜਲਦੀ 'ਚ ਸੀ, ਮੈਂ ਚੱਕ ਕੇ ਬੈਗ ਵਿੱਚ ਮਾਰਿਆ ਉਸ ਬੱਸ ਦੇ। ਤੁਸੀਂ ਮੇਰੇ 'ਤੇ ਬਿਲੀਵ ਕਰਿਓ, ਮੈਨੂੰ 9:45 ਵਜੇ ਉਸ ਬੱਸ ਨੇ ਦਿੱਲੀ ਲਾ ਤਾ। ਉੱਥੋਂ ਉਤਰ ਕੇ ਮੈਂ ਆਟੋ ਰਿਕਸ਼ਾ ਕੀਤਾ, ਦਿਨਾਰ ਭਵਨ ਮੈਂ ਜਾਣਾ ਸੀ। 5 ਮਿੰਟ ਰਹਿੰਦੇ ਸੀ 10 ਵਜੇ, ਜਦੋਂ ਦਿਨਾਰ ਭਵਨ ਆਪਣੇ ਆਫਿਸ ਦੇ ਗੇਟ 'ਤੇ ਐਂਟਰ ਹੋ ਗਿਆ। ਉਸ ਦਿਨ ਤੋਂ ਮੈਂ ਮਹਿਸੂਸ ਕੀਤਾ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਸੱਚੇ ਤਾਂ ਹੁੰਦੇ ਹੀ ਹੁੰਦੇ ਆ, ਪਰ ਜੇ ਉਹਨਾਂ ਦੇ ਦਰ 'ਤੇ ਸੱਚੇ ਮੰਨ ਨਾ ਜਾਵੇ ਤਾਂ ਉਹਦੀ ਸੱਚੀ ਕਾਮਨਾ ਪੂਰੀ ਵੀ ਹੋ ਜਾਂਦੀ ਹੈ। ਫਿਰ ਉਦੋਂ ਬਾਅਦ ਮੈਂ ਥੋੜ੍ਹਾ ਜਿਹਾ ਸਿੱਖ ਇਤਿਹਾਸ ਬਾਰੇ ਵੀ ਲਿਖਿਆ, ਜਿਵੇਂ ਮੈਂ ਹੁਣ ਤੁਹਾਨੂੰ ਇੱਕ ਹੋਰ ਸੁਣਾ ਦਿੰਦਾ ਬਾਤ। ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਝੱਲਿਆ, ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਝੱਲਿਆ, ਤਲੀ ਉੱਤੇ ਸੀਸ ਧਰ ਜ਼ਾਲਮਾਂ ਨੂੰ ਠੱਲਿਆ। ਲੱਕੜੀ ਦੇ ਵਾਂਗ ਖਾਲਸਾ ਹੋ ਰਿਹਾ ਚੀਰ ਸੀ, ਜ਼ਾਲਮ ਅਤੇ ਜ਼ੁਲਮ ਵਾਲੀ ਹੋ ਗਈ ਅਖੀਰ ਸੀ।
ਪਰ ਧੰਨ ਸੀ ਉਹ ਖਾਲਸਾ ਜਿਹੜਾ ਜ਼ਰਾ ਵੀ ਨਹੀਂ ਹੱਲਿਆ। ਕਿਹੜਾ ਨਹੀਂ ਤਸੀਹਾ ਜਿਹੜਾ ਖਾਲਸੇ ਨਹੀਂ ਚੱਲਿਆ। ਸੋ ਇੱਦਾਂ ਹੀ ਅੱਗੇ ਜੀਵਨ ਦਾ ਸਫ਼ਰ ਚੱਲਦਾ ਰਿਹਾ। ਜਿਵੇਂ ਮੇਰੀ ਭਗਤ ਸਿੰਘ ਦੀ ਕਵਿਤਾ ਤਾਂ ਮੈਂ ਖੈਰ ਟਾਂਡੇ ਕਾਲਜ ਸਾਰੇ ਟਾਂਡਾ ਕਾਲਜ ਹੀ ਨਹੀਂ ਬਲਕਿ ਪੰਜਾਬ ਦੇ ਕਾਲਜਾਂ 'ਚ ਆਪਣੀ ਯੰਗ ਏਜ ਵਿੱਚ ਕਹੀ ਆ ਜੀ। ਅਤੇ ਹੋਰ ਇੱਦਾਂ ਜੋ ਕੁਛ ਹੋਵੇ ਥੋੜ੍ਹਾ ਬਹੁਤ ਮਨ 'ਚ ਆ ਜਾਏ ਲਿਖ ਲਈਦਾ। ਅਤੇ ਇਹੋ ਜਿਹਾ ਵੀ ਹੁਣ ਥੋੜ੍ਹਾ ਜਿਹਾ ਪਰਮਾਤਮਾ ਵਾਲੇ ਪਾਸੇ ਲਗਾਵ ਲੱਗ ਚੁੱਕਾ ਆ ਜੀ। ਉਮਰ ਢਲਦੀ ਆ। ਇਸ ਵੇਲੇ 71 ਸਾਲ ਪੂਰੇ ਕਰ ਲਿਆ ਜ਼ਿੰਦਗੀ ਦੇ। 72ਵਾਂ ਜਾ ਰਿਹਾ ਅਤੇ ਆਮ ਲੋਕ ਕਹਿੰਦੇ ਹੁੰਦੇ ਸੀ ਬੁੱਢਾ 72 ਗਿਆ, ਹੁਣ 72ਵੇਂ ਸਾਲ 'ਚ ਪਹੁੰਚ ਗਏ। ਅੱਛਾ ਅੱਛਾ, ਕਹਿੰਦੇ ਨੌਕਰੀਆਂ ਛੱਡ ਦਿੰਦੇ ਸੀਗੇ, ਕਿਉਂ ਛੱਡਦੇ ਸੀ? ਕੀ ਕਾਰਨ ਬਣਦਾ ਸੀਗਾ ਜਾਂ ਕੀ ਹੁੰਦਾ ਸੀ ਜੀ? ਕਾਰਨ ਹੁੰਦੇ ਸੀ ਕਈ। ਜਿੱਦਾਂ ਹੁਣ ਮੈਂ ਮਾਰਕੀਟ ਕਮੇਟੀ 'ਚ ਸੀਗਾ ਜੀ, ਆਕਸ਼ਨ ਰਿਕਾਰਡਰ ਸੀ ਉੱਥੇ। ਉਹਦੇ ਵਿੱਚ ਇਹ ਸੀਗਾ ਵੀ ਪਰਮਾਨੈਂਟ ਤਾਂ ਚਲੋ ਹੋ ਹੀ ਜਾਣਾ ਸੀ। ਮੇਰਾ ਇੱਕ ਫਰੈਂਡ ਸੀਗਾ, ਉਹਦਾ ਰਿਲੇਟਿਵ ਸੀ ਕੋਈ ਜੀ। ਉੱਥੇ ਵੀ ਮੇਰੇ 'ਤੇ ਇੱਕ ਸ਼ਰਤ ਲਾਤੀ ਸੀ ਕਿ ਵੀ ਤੁਸੀਂ ਸਾਡੀ ਲੜਕੀ ਨਾਲ ਸ਼ਾਦੀ ਕਰਾਉਣੀ ਆ। ਮੈਂ ਕਿਹਾ ਮੈਂ ਕਿਸੇ ਕੰਡੀਸ਼ਨ ਜਾਂ ਸ਼ਰਤ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਜੀ। ਇਸੇ ਤਰ੍ਹਾਂ ਫਿਰ ਚਲੋ ASI ਪੰਜਾਬ ਪੁਲਿਸ ਸੀ। ਉਹਦੇ ਵਿੱਚ ਇਹ ਸੀ ਵੀ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜੋ ਦੇਸ਼ ਦੇ ਹਾਲਾਤ ਸੀਗੇ, ਰਿਟਰਨ ਵਗੈਰਾ ਸਾਰਾ ਕੁਝ ਕੁਆਲੀਫਾਈ ਕਰ ਲਿਆ ਸੀ। ਉੱਥੇ ਆਪਣੀ ਕੋਈ ਏਡੀ ਅਪਰੋਚ ਨਹੀਂ ਸੀ ਅਤੇ ਇਸ ਕਰਕੇ ਉੱਥੋਂ ਆਪਾਂ ਨੈਗਲੈਕਟ ਹੋ ਗਏ। ਅਤੇ ਬਾਕੀ PCS ਵਿੱਚ ਵੀ ਤੁਹਾਨੂੰ ਪਤਾ ਸਾਡੇ ਦੇਸ਼ ਦੇ ਹਾਲਾਤ ਤੁਹਾਨੂੰ ਪਤਾ ਹੀ ਆ। ਮੈਨੂੰ ਕਹਿਣਾ ਨਹੀਂ ਚਾਹੁੰਦਾ ਕੁਛ ਵੀ, ਠੀਕ ਹੈ ਨਾ। ਅਤੇ ਇਸ ਕਰਕੇ ਜਿੱਥੇ ਨਾਲੇ ਸੈਕੰਡਲੀ ਜਿੱਥੇ ਅੰਜਲ ਹੋਵੇ ਨਾ ਇਨਸਾਨ ਦਾ ਉੱਥੇ ਉਹ ਰਹਿੰਦਾ, ਪਰਮਾਤਮਾ ਨੂੰ ਉੱਥੇ ਹੀ ਰੱਖਦਾ। ਔਰ ਮੈਂ ਬਹੁਤ ਖੁਸ਼ ਰਿਹਾ ਜਿੱਥੇ ਮੈਂ ਪਰਮਾਨੈਂਟ ਸਰਵਿਸ ਕੀਤੀ ਆ। FCI 'ਚ ਬਹੁਤ ਵਧੀਆ ਸਰਵਿਸ ਕੀਤੀ ਆ, ਬੜੀ ਪੀਸਫੁਲੀ ਕੀਤੀ ਆ। ਨਹੀਂ ਤਾਂ ਕਿਹੋ ਜਿਹਾ ਇਹ ਮਹਿਕਮਾ ਆ, ਇਹਦੇ ਵਿੱਚ ਸੁੱਖੀ ਸਾਂਦੀ ਰਿਟਾਇਰ ਹੋਣਾ ਵੀ ਮੁਸ਼ਕਿਲ ਆ। ਅਕਸਰ ਜਦੋਂ ਵੀ ਕਿਤੇ ਰਿਟਾਇਰਮੈਂਟ ਹੁੰਦੀ ਆ ਅਤੇ ਮੈਕਸੀਮਮ ਸਾਡੇ ਲੋਕਾਂ ਦੇ ਉੱਤੇ ਕੋਈ 4 ਸੀਟਾਂ ਹੁੰਦੀਆਂ, ਕਿਸੇ 'ਤੇ ਕੁਛ ਹੁੰਦਾ, ਕਿਸੇ 'ਤੇ ਕੁਛ ਹੁੰਦਾ। ਤੁਹਾਨੂੰ ਮੈਂ ਇੱਕ ਹੈਰਾਨੀ ਦੀ ਗੱਲ ਦੱਸਾਂ, ਸਾਡੇ ਇੱਕ ਮੈਨੇਜਰ ਹੁੰਦੇ ਸੀ ਦਸੂਏ DS ਨਾਇਕ। ਅਸੀਂ ਉਹਨਾਂ ਦੀ ਪਾਰਟੀ ਅਰੇਂਜ ਕੀਤੀ ਰਿਟਾਇਰਮੈਂਟ ਦੀ। ਉਹਦੇ ਵਿੱਚ ਉਹਨਾਂ ਨੇ ਆਪਣੇ ਗੈਸਟ ਵੀ ਸੱਦੇ, ਕਾਰਡ ਦਿੱਤੇ, ਸਭ ਕੁਛ ਕੀਤਾ, ਭੱਠੀਆਂ ਲੱਗੀਆਂ ਵੀਆਂ ਸੀ। ਸਾਨੂੰ ਜਿਹੜੇ ਆਰਡਰ ਮਿਲਦੇ ਆ ਨਾ ਉਹ ਲਾਸਟ ਟਾਈਮ 'ਤੇ ਮਿਲਦੇ ਆ FCI 'ਚ। ਉਹ ਜਦੋਂ ਉਹਨਾਂ ਦਾ ਲਿਫਾਫਾ ਖੋਲ੍ਹਿਆ ਤਾਂ ਉਹਨਾਂ ਨੂੰ ਡਿਸਮਿਸ ਦੇ ਆਰਡਰ। ਸਾਰੀ ਰੰਗਤ ਫਿੱਕੀ ਪੈ ਗਈ, ਪਰ ਮੈਂ ਫਿਰ ਵੀ ਉੱਥੇ ਹੌਸਲਾ ਦਿੱਤਾ ਬਤੌਰ ਸ਼ਾਇਰ। ਮੈਂ ਉੱਥੇ 2 ਲਾਈਨਾਂ ਕਹੀਆਂ ਸੀ। ਹਾਂ, ਮੈਂ ਪਛਾਣ ਲਿਆ। ਇੱਕ ਐਸਾ ਸਾਬਣ ਆ ਗਿਆ, ਇੱਕ ਐਸਾ ਸਾਬਣ ਆ ਗਿਆ, ਹਰ ਪਾਸੇ ਅੰਗਿਆਰ ਬਰਸਾ ਗਿਆ। ਤਬੱਕੋ ਸੀ ਕਣਕੋਰ ਘਟਾਵਾਂ ਦੀ, ਠੰਡੀਆਂ ਮਿੱਠੀਆਂ ਛਾਵਾਂ ਦੀ। ਇੱਕ ਐਸਾ ਲਾਂਬੂ ਆ ਗਿਆ, ਇੱਕ ਐਸਾ ਸਾਬਣ ਆ ਗਿਆ, ਪਰ ਸਾਬਣ ਤੈਨੂੰ ਵਰਨਾ ਪੈਣਾ ਹੈ, ਜੋ ਨਹੀਂ ਹੋਇਆ ਉਹ ਕਰਨਾ ਪੈਣਾ ਹੈ। ਬੇਸ਼ੱਕ ਆਪਣਾ ਦਾਅ ਤੂੰ ਲਾ ਗਿਆ। ਸਾਬਣ ਇੱਕ ਐਸਾ ਸਾਬਣ ਆ ਗਿਆ। ਉਹ ਵਾਕਈ ਉਹ ਤੋਂ ਬਾਅਦ ਵਿੱਚ ਉਹਨਾਂ ਨੇ ਕੇਸ ਕੀਤਾ ਸੀ, ਉਹ ਬਹਾਲ ਹੋ ਗਏ ਸੀ, ਉਹਨਾਂ ਨੂੰ ਪੂਰੇ ਬੈਨੀਫਿਟ ਮਿਲ ਗਏ ਸੀ DS ਨਾਇਕ ਉਹਨਾਂ ਨੂੰ। ਕਿਉਂਕਿ ਉਸ ਵੇਲੇ ਕਵੀ ਜਿਹੜਾ ਹੁੰਦਾ ਸੀ ਆਤਮਾ ਜਿੱਧਰ ਚੱਲ ਜਾ। ਅੱਛਾ, ਇਸ ਵਾਤਾਵਰਨ ਦੀ ਮੈਂ ਗੱਲ ਕਰਾਂ, ਮਾਹੌਲ ਦੀ। ਤੁਸੀਂ ਇੱਕ ਛੰਦ ਦੇ ਵਿੱਚ ਰਹਿੰਦੇ ਹੋ, ਕਾਰਨ ਕੀ ਹੈ ਇਸ ਚੀਜ਼ ਦਾ? ਕਿਉਂਕਿ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ, ਕਿੰਨੇ ਟੈਸਟ ਵੀ ਕਲੀਅਰ ਕੀਤੇ, ਸਾਰਾ ਕੁਝ ਦਿਮਾਗ ਦੇ ਨਾਲ ਹੀ ਸੀਗਾ, ਤਾਂ ਇਹ ਕਿਉਂ ਹੈ? ਮੈਂ ਇਹ ਵੀ ਜਾਣਨਾ ਚਾਹੁੰਦਾ। ਮੈਂ ਹਕੀਕਤ ਦੱਸਾਂ ਜੀ, ਮੇਰੀ ਜਿਹੜੀ ਨੇਚਰ ਆ ਪਰਮਾਤਮਾ ਨਾਲ, ਅਕਾਲ ਪੁਰਖ ਨਾਲ, ਵਾਹਿਗੁਰੂ ਨਾਲ, ਸੱਚੇ ਪਾਤਸ਼ਾਹ ਨਾਲ ਹਰ ਵੇਲੇ ਜੁੜੀ ਰਹਿੰਦੀ ਆ। ਮੈਂ ਸੰਸਾਰ ਦਾ ਸਭ ਕੁਝ ਭਾਂਪ ਲਿਆ, ਦੇਖ ਲਿਆ ਜੋ ਇਸ ਸੰਸਾਰ ਦੇ ਵਿੱਚ ਹੈਗਾ। ਅਸੀਂ ਲੋਕ ਬਾਣੀ ਪੜ੍ਹਦੇ ਹਾਂ, ਗੁਰਬਾਣੀ ਦਾ ਜਾਪ ਕਰਦੇ ਹਾਂ, ਜਪਜੀ ਸਾਹਿਬ ਦਾ ਕਰਦੇ ਹਾਂ, ਨਿਤਨੇਮ ਕਰਦੇ, ਜੋ ਵੀ ਮਤਲਬ ਅਸੀਂ ਕਰਦੇ ਜ਼ਰੂਰ ਹਾਂ, ਪਰ ਅਸੀਂ ਉੱਤੇ ਅਮਲ ਨਹੀਂ ਕਰਦੇ। ਨੇਚਰ ਜਿਹੜੀ ਆ ਉਹਦੇ ਨੇੜੇ ਹੋ ਕੇ ਤੁਸੀਂ ਦੇਖੋ, ਫਿਰ ਤੁਹਾਨੂੰ ਫਾਇਦਾ ਹੈਗਾ ਕਿਸੇ ਵੀ ਪਾਠ ਕਰਨ ਦਾ, ਚਾਹੇ ਉਹ ਸ਼੍ਰੀਮਦ ਭਗਵਤ ਗੀਤਾ, ਚਾਹੇ ਉਹ ਕੁਰਾਨ ਸ਼ਰੀਫ ਹੈ, ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਸਭ ਤੋਂ ਵੱਡੀ ਲੋੜ ਹੈਗੀ ਆ ਬਾਣੀ ਨੂੰ ਸਮਝਣ ਦੀ। ਸਭ ਤੋਂ ਪਹਿਲਾਂ ਪੜ੍ਹੋ, ਫਿਰ ਉਸ ਬਾਣੀ ਨੂੰ ਸਮਝੋ, ਫਿਰ ਉਹਦਾ ਸਤਿਕਾਰ ਕਰੋ, ਉਸ ਤੋਂ ਬਾਅਦ ਉਹਦੇ 'ਤੇ ਅਮਲ ਕਰੋ, ਫਿਰ ਤਾਂ ਹੈ ਫਾਇਦਾ। ਜੇ ਤੁਸੀਂ ਤੋਤੇ ਵਾਂਗ ਰੱਟੀ ਜਾਣੀ ਹੈ, ਸ਼੍ਰੀ ਗੁਰੂ ਨਾਨਕ ਦੇਵ ਆਪ ਕਹਿ ਗਿਆ, ਪੜ੍ਹ ਪੜ੍ਹ ਗੱਡੀ ਲੜੀਏ, ਪੜ੍ਹ ਪੜ੍ਹ ਘੜੀਏ, ਪੜ੍ਹ ਭਰੀਏ ਖਾਤ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਥ। ਉਹ ਕਹਿੰਦਾ ਜਿੰਨਾ ਮਰਜ਼ੀ ਪੜ੍ਹੀ ਜਾਓ, ਜਦ ਤੱਕ ਤੁਸੀਂ ਉਹਦੇ 'ਤੇ ਅਮਲ ਨਹੀਂ ਕਰਦੇ, ਉਹਨੂੰ ਪ੍ਰੈਕਟੀਕਲ ਸ਼ੇਪ ਨਹੀਂ ਦਿੰਦੇ, ਉਹਦਾ ਕੋਈ ਫਾਇਦਾ ਨਹੀਂ। ਸੋ ਮੈਂ ਨੇਚਰ ਦੇ ਵਿੱਚ ਬਹੁਤ ਮਸਤ ਰਹਿੰਦਾ। ਤੁਸੀਂ ਆ ਦੇਖ ਰਹੇ ਹੋਗੇ ਇੱਥੇ ਕਿੰਨੇ ਜੀਵ ਜੰਤੂ ਆ ਜਾਨਵਰ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਆ, ਕਿੰਨੀ ਉਹਨਾਂ ਦੀ ਆਤਮਾ ਖੁਸ਼ ਹੈ।
ਐਡੇ ਵੱਡੇ ਪਿੰਡ 'ਚ ਮੈਨੂੰ ਇੰਨੇ ਜਾਨਵਰ ਦੱਸ ਦਿਓ ਕਿਤੇ ਬੈਠੇ ਹੋਣ। ਇਹ ਕੁਦਰਤ ਦੇ ਬਣਾਏ ਜੀਵ ਹੈ। ਮਨੁੱਖ ਬੇਸ਼ੱਕ ਧਰਤੀ ਤੇ ਕਬਜ਼ਾ ਕਰ ਬੈਠਾ, ਪਰ ਹਕੀਕਤ ਵਿੱਚ ਇਹ ਧਰਤੀ ਉਹਨੇ ਸਾਰੇ ਜੀਵਾਂ ਲਈ ਬਣਾਈ ਹੈ। ਮੈਂ ਤਾਂ ਇੱਥੇ ਕਦੀ ਸੱਪ ਵੀ ਹੋਵੇ ਨਹੀਂ ਮਾਰਦਾ। ਅੱਛਾ ਜੀ। ਮੈਂ ਕਿਹਾ ਇਹਨੂੰ ਵੀ ਇਸੇ ਧਰਤੀ ਤੇ ਰਹਿਣਾ ਵਿਚਾਰੇ ਨੇ। ਜਿੱਦਾਂ ਦਾ ਮਾਹੌਲ ਹੈ ਇੱਥੇ ਹੁੰਦੇ ਤਾਂ ਹੋਣਗੇ ਬਹੁਤ ਹੈਗੇ, ਕਈ ਸੱਪ ਹੈਗੇ ਇੱਥੇ, ਪਰ ਮੈਂ ਕਦੀ ਮਾਰਿਆ ਨਹੀਂ। ਇੱਥੇ ਫਿਰਦੇ ਕਈ ਵਾਰੀ ਦੇਖੇ ਵੀ ਆ। ਕਦੇ ਤੁਹਾਡੇ ਉਸ ਕਮਰੇ 'ਚ ਨਹੀਂ ਜਾਂਦੇ ਉਸ ਉੱਥੇ ਤਾਂ ਨਹੀਂ, ਅੰਦਰ ਤਾਂ ਨਹੀਂ ਮੈਂ ਦੇਖਿਆ, ਪਰ ਬਾਹਰ ਇੱਧਰ ਇੱਕ ਭੂਥਲੇ ਜਿਹਾ ਰੰਗ ਦਾ ਸੱਪ ਹੈਗਾ, ਹੋਰ ਇੱਕ ਦੋ ਹੈਗੇ ਆ। ਤੇ ਇਸ ਕਰਕੇ ਇਹ ਜਿਹੜੀ ਆ ਦੇਖੋ ਕਿੰਨੀਆਂ ਸ਼ਹਿਰਾਂ ਇੱਥੇ ਪ੍ਰਵਾਸੀ ਪੰਛੀ ਆਉਂਦੇ ਆ। ਕਿਉਂਕਿ ਇਹਨਾਂ ਲੋਕਾਂ ਨੂੰ ਰਹਿਣ ਲਈ ਹੋਰ ਕਿਤੇ ਜਗ੍ਹਾ ਨਹੀਂ ਛੱਡੀ ਇਨਸਾਨ ਨੇ। ਆ ਜਿਹੜੀ ਹਰਿਆਵਲ ਹੈ, ਇਹਨੂੰ ਹਰਿਆਵਲ ਦੇਖ ਕੇ ਆ ਦੇਖੋ ਤੁਸੀਂ ਕਿੰਨੇ ਜਾਨਵਰ ਬੋਲਦੇ, ਉਹਨਾਂ ਦੀ ਆਵਾਜ਼ਾਂ ਰਿਕਾਰਡ ਕਰਕੇ ਦੇਖੋ। ਇਹ ਕੁਦਰਤ ਜਿਹੜੀ ਆ, ਨੇਚਰ ਆ, ਅਸੀਂ ਇਹਨੂੰ ਖਤਮ ਕਰੀ ਜਾਂਦੇ ਹਾਂ। ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਅਸੀਂ ਕੋਠੀ ਪਾ ਲਈ, ਪੱਕੇ ਮਕਾਨ ਪਾ ਲਿਆ, ਪੱਧਰੇ ਕਰ ਲਿਆ। ਪਰ ਜੇ ਉਹਦਾ ਇਤਿਹਾਸਕ ਚੀਜ਼ ਦੇਖੀਏ ਜਾਂ ਕੁਦਰਤੀ ਚੀਜ਼ ਦੇਖੀਏ ਤੇ ਅਸੀਂ ਧਰਤੀ ਨੂੰ ਬੰਜਰ ਬਣਾ ਰਹੇ ਹਾਂ। ਵਧੀਆ ਧਰਤੀ ਨੂੰ ਅਸੀਂ ਬੰਜਰ ਦਾ ਰੂਪ ਦੇ ਰਹੇ ਹਾਂ। ਜਿਹੜੀ ਤੁਸੀਂ ਆ ਕੁਦਰਤ ਦੇ ਵਿੱਚ ਬੈਠ ਕੇ ਜੋ ਦੇਖੋਗੇ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਸਾਇੰਟੀਫਿਕਲੀ ਗੱਲ ਦੱਸਦਾ ਵੀ ਕਿਸੇ ਘਰ ਦੇ ਵਿੱਚ ਕੋਈ ਆਕਸੀਜਨ ਬਣਾਉਣ ਵਾਲਾ ਯੰਤਰ ਨਹੀਂ, ਹਵਾ ਨੂੰ ਸਾਫ਼ ਕਰਨ ਵਾਲਾ ਕੋਈ ਯੰਤਰ ਨਹੀਂ, ਪਰ ਆ ਜਿੰਨੇ ਦਰਖਤ ਆ ਇਸ ਵੇਲੇ ਸਾਰੀ ਕਾਰਬਨ ਡਾਈਆਕਸਾਈਡ ਨੂੰ ਸਾਫ਼ ਕਰਕੇ ਆਕਸੀਜਨ ਪੈਦਾ ਕਰ ਰਿਹਾ। ਇੱਥੇ ਤੁਹਾਨੂੰ ਜੰਗਲ 'ਚ ਜਾਣ ਦੀ ਲੋੜ ਨਹੀਂ, ਨੈਚੁਰਲ ਆਕਸੀਜਨ ਮਿਲ ਰਹੀ ਆ। ਠੀਕ ਹੈ, ਬਾਕੀ ਰਹਿ ਗਿਆ ਸਵਾਲ ਵੀ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਦਾ। ਜਿੱਡਾ ਮਰਜ਼ੀ ਤੁਸੀਂ ਮਹਿਲ ਪਾ ਲਓ, ਤੁਸੀਂ ਤਾਂ ਇੱਕ ਮੰਜੇ 'ਤੇ ਹੀ ਸੌਣਾ। ਜਾਂ ਤਾਂ ਮੈਨੂੰ ਇਹ ਦੱਸੋ ਵੀ 10 ਮੰਜਿਆਂ 'ਤੇ ਤੁਸੀਂ ਲੱਤਾਂ ਪਸਾਰ ਕੇ ਸੌਂ ਸਕਦੇ? ਸੌਣਾ ਤਾਂ ਇੱਕ 'ਤੇ ਹੀ ਆ ਨਾ। ਸਵਾਲ ਤਾਂ ਇਹ ਆ ਵੀ ਉਸ ਮੰਜੇ 'ਤੇ ਤੁਹਾਨੂੰ ਨੀਂਦ ਆਉਣੀ ਚਾਹੀਦੀ ਆ, ਤੁਹਾਡੇ ਮਨ ਦੀ ਸੈਟਿਸਫੈਕਸ਼ਨ ਹੋਣੀ ਚਾਹੀਦੀ ਆ ਕਿ ਵਾਕਿਆ ਹੀ ਮੈਂ ਗੂੜ੍ਹੀ ਨੀਂਦ ਸੁੱਤਾ ਹਾਂ, ਮੈਨੂੰ ਕੋਈ ਹੁਣ ਵਰੀ ਨਹੀਂ, ਕੋਈ ਚਿੰਤਾ ਨਹੀਂ। ਨਹੀਂ ਤਾਂ ਫਿਰ ਉਹ ਜੇ ਤੁਹਾਡੇ 'ਚ ਚਿੰਤਾ ਜਾਂ ਵਰੀ ਆ, ਹਰ ਵੇਲੇ ਤੁਸੀਂ ਚਿੰਤਾ 'ਚ ਹੀ ਪੈ ਰਹੇ ਆ, ਤਾਂ ਫਿਰ ਗੁਰਬਾਣੀ ਦੇ ਮੁਤਾਬਕ ਚਿੰਤਾ 'ਚ ਖਾਸ ਸਮਾਨ ਹੈ ਜਾਣ ਲੈ ਔਰ ਮੀਤ। ਚਿੰਤਾ ਤੋਂ ਵੱਡੀ ਕੋਈ ਬਿਮਾਰੀ ਨਹੀਂ ਇਸ ਦੁਨੀਆ ਦੇ ਵਿੱਚ। ਅੱਛਾ, ਫਿਰ ਇਹਦੇ ਵਿੱਚ ਹੁਣ ਤੁਸੀਂ ਰਹਿਣ ਦਾ ਪੂਰਾ ਬੰਦੋਬਸਤ ਕੀਤਾ ਹੈ? ਕੀ ਸਮਾਨ ਪਿਆ ਜਿਹਦੇ ਨਾਲ ਤੁਹਾਡਾ ਚੱਲ ਜਾਂਦਾ, ਜੀਵਨ ਚੱਲ ਰਿਹਾ? ਚੀਜ਼ ਆ ਇੱਥੇ, ਲੈਟਰਿਨ ਵਿੱਚ ਬਣੀ ਹੈ। ਬਾਕੀ ਮੇਰੇ ਕੋਲ ਮੈਂ ਮੈਕਸੀਮਮ ਰੇਡੀਓ ਸੁਣਦਾ, ਕਿਉਂਕਿ ਟੀਵੀ ਮੈਂ ਘੱਟ ਦੇਖਦਾ, ਆਈ ਸਾਈਟ ਵਗੈਰਾ 'ਤੇ ਇਹਦਾ ਇਫੈਕਟ ਹੁੰਦਾ। ਰੇਡੀਓ ਵੀ ਹੈਗਾ, ਟੀਵੀ ਵੀ ਹੈਗਾ, ਸਾਰੀਆਂ ਚੀਜ਼ਾਂ ਜਿਹੜੀਆਂ ਲੋੜੀਂਦੀਆਂ ਆ, ਪੱਖਾ ਵੀ ਹੈਗਾ। ਹਾਂਜੀ, ਔਰ ਮੋਰ ਓਵਰ ਮੇਰੇ ਕੋਲ ਡਿਊਲ ਸਿਸਟਮ ਹੈ, ਗੈਸ ਦਾ ਸਿਸਟਮ ਵੀ ਹੈਗਾ, ਗੈਸ ਦੇ 3 ਸਿਲੰਡਰ ਆ ਮੇਰੇ ਕੋਲ ਪਏ ਵੇ। ਬਾਕੀ ਬਾਲਣ ਮੈਨੂੰ ਆ ਕੁਦਰਤ ਦੇ ਦਿੰਦੀ ਆ, ਮੈਂ ਮੈਕਸੀਮਮ ਬਾਲਣ ਆਪਣਾ ਹੀ ਬਾਲਦਾ। ਅਤੇ ਸੈਕੰਡਲੀ ਮੈਂ ਬੜਾ ਖੁਸ਼ ਰਹਿੰਦਾ ਆਪਣੇ ਹੱਥ ਦੀ ਰੋਟੀ ਬਣਾ ਕੇ ਖਾ ਕੇ, ਆਨੰਦ ਆਉਂਦਾ ਜੋ ਕਿਸੇ ਹੋਰ ਚੀਜ਼ ਨਾਲ ਨਹੀਂ ਹੁੰਦਾ। ਮਤਲਬ ਕਹਿੰਦਾ ਆਦਮੀ ਨੂੰ ਸੈਟਿਸਫੈਕਸ਼ਨ ਹੋਣੀ ਚਾਹੀਦੀ, ਸਭ ਤੋਂ ਵੱਡੀ ਗੱਲ। ਸੈਟਿਸਫੈਕਸ਼ਨ ਆ ਤਾਂ ਸ਼ਾਂਤੀ ਆ, ਸ਼ਾਂਤੀ ਆ ਤਾਂ ਤੁਸੀਂ ਇਸ ਧਰਤੀ ਦੇ ਵਿਜੇਤਾ। ਜੇ ਤੁਹਾਡਾ ਮਨ ਹੀ ਹਰ ਵੇਲੇ ਸ਼ਾਂਤੀ 'ਚ ਆ ਤਾਂ ਤੁਸੀਂ ਇਸ ਧਰਤੀ ਦੇ ਵਿਜੇਤਾ ਨਹੀਂ, ਤੁਸੀਂ ਇਸ ਧਰਤੀ ਦੇ ਇੱਕ ਹਾਰਨ ਵਾਲੇ ਇਨਸਾਨ। ਸਮਝਦੇ ਕਿ ਨਹੀਂ? ਜੇ ਤੇ ਇਸ ਗੱਲ 'ਚ ਨਹੀਂ ਵੀ ਤੁਸੀਂ ਬਹੁਤ ਵੱਡੀਆਂ ਕੋਠੀਆਂ ਬਣਾ ਲਓ। ਮੈਂ ਕਈ ਇਹੋ ਜਿਹੀਆਂ ਕੋਠੀਆਂ ਦੇਖੀਆਂ, ਉੱਥੇ 24 ਘੰਟੇ ਉਹਦੇ ਵਿੱਚ ਬੁੜੇ ਰੀਂਗਦੇ ਆ, ਹਾਏ ਹਾਏ ਸੁਣਦਾ ਉਹਨਾਂ 'ਚ ਮੈਂ। ਉਹਨਾਂ ਦਾ ਕੋਈ ਬੇਟਾ, ਕੋਈ ਧੀ, ਕੋਈ ਉਹਨਾਂ ਨੂੰ ਇਸ ਵੱਲ ਧਿਆਨ ਨਹੀਂ ਦਿੰਦਾ। ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ ਹੋ ਆ, ਪੈਸਾ ਕਮਾਉਣ ਲੱਗੇ ਹੋ। ਕੋਈ ਫੋਰਨ ਗਿਆ ਆ, ਕੋਈ ਇੱਧਰ ਕੋਈ ਅਫਸਰ ਲੱਗ ਗਿਆ, ਪਰ ਉਸ ਬੁੜੇ ਦੀ ਹਾਲਤ ਉਹੀ ਆ। ਉੱਥੇ ਵੱਧ ਤੋਂ ਵੱਧ ਇੱਕ ਸਰਵੈਂਟ ਰੱਖ ਦਿੰਦੇ ਆ, ਪਰ ਸਰਵੈਂਟ ਨੇ ਵੀ ਕੀ ਕਰਨਾ ਉੱਥੇ? ਜਦੋਂ ਇੱਕ ਬੰਦਾ ਦੁਖੀ ਆ, ਬਿਮਾਰ ਆ, ਉਹਨੂੰ ਸਰਵੈਂਟ ਤੋਂ ਉਹਦਾ ਦੁੱਖ ਨਹੀਂ ਵੰਡਾ ਸਕਦਾ, ਵੱਧ ਤੋਂ ਵੱਧ ਪਾਣੀ ਪਿਆ ਦੂ ਜੀ। ਸੋ ਜੇ ਤੁਸੀਂ ਨੇਚਰ ਨਾਲ ਜੁੜ ਕੇ ਰਹੋਗੇ ਨਾ, ਤੁਸੀਂ ਫਿਜ਼ੀਕਲੀ ਵੀ ਸਾਊਂਡ ਰਹੋਗੇ, ਮੈਂਟਲੀ ਵੀ ਸਾਊਂਡ ਰਹੋਗੇ, ਔਰ ਜੇ ਸੱਚ ਮੰਨੋ ਤਾਂ ਸੋਸ਼ਲੀ ਵੀ ਸਾਊਂਡ ਰਹੋਗੇ। ਅੱਛਾ, ਤੁਸੀਂ ਕਿਹਾ ਵੀ ਸਾਥੀ ਇੱਕ ਬੇਸ਼ੱਕ ਆਪਾਂ ਸਰਵੈਂਟ ਰੱਖ ਲਈਏ ਜਾਂ ਕੋਈ, ਤਾਂ ਵਿਆਹ ਵੀ ਇੱਕ ਜੀਵਨ ਦੀ ਪ੍ਰਕਿਰਿਆ ਜਿਹੜਾ ਹਰ ਬੰਦੇ ਨੂੰ ਉਸ ਚੀਜ਼ ਨੂੰ ਫੋਲੋ ਕਰਨੀ ਪੈਂਦੀ ਹੈ, ਹੈ ਨਾ? ਉਹ ਕੁਦਰਤ ਦਾ ਇੱਕ ਅਸੂਲ ਬਣਿਆ ਹੋਇਆ। ਉਸ ਜ਼ਿੰਦਗੀ ਦੇ ਬਾਰੇ ਥੋੜ੍ਹਾ ਜਾਣਨਾ ਚਾਹੂੰਗਾ। ਮੈਂ ਦੇਖੋ, ਮੈਂ ਬਿਲਕੁਲ ਆਪਣਾ ਸੋਸ਼ਲ ਮੈਰਿਜ ਕਰਵਾਈ ਆ, ਵਿਚੋਲੇ ਦੇ ਤੌਰ ਵਿਚੋਲੇ ਵੱਲੋਂ ਕਰਵਾਈ ਸੀ। ਕੋਈ ਮੈਂ ਇਹੋ ਜਿਹਾ ਉਹਨਾਂ ਨੇ ਕੋਈ ਕੰਡੀਸ਼ਨ ਨਹੀਂ ਰੱਖੀ ਸੀ, ਨਾ ਮੈਂ ਕੋਈ ਦਾਜ ਮੰਗਿਆ, ਨਾ ਅਸੀਂ ਕਦੀ ਮੰਗਿਆ, ਨਾ ਸਾਡੇ ਪਰਿਵਾਰ ਨੇ ਮੰਗਿਆ। ਸਾਡਾ ਪਰਿਵਾਰ ਬਹੁਤ ਜੈਂਟਲ ਹੈ ਜੀ, ਔਰ ਇਹਦੇ ਵਿੱਚ ਸਾਡੇ 'ਚ ਕਿਸੇ ਦੇ ਵਿੱਚ ਵੀ ਕੋਈ ਦਾਜ ਦੀ ਜਾਂ ਕਿਸੇ ਚੀਜ਼ ਦੀ ਭੁੱਖ ਨਹੀਂ ਸੀ। ਪਰ ਕਈ ਵਾਰੀ ਇਹ ਹੁੰਦਾ ਜਿੱਥੇ ਲੜਕੇ ਵਾਲੇ ਚੰਗੇ ਹੁੰਦੇ ਆ, ਉੱਥੇ ਲੜਕੀ ਵਾਲੇ ਮਾੜੇ ਮਿਲ ਜਾਂਦੇ ਆ। ਜਿੱਥੇ ਲੜਕੀ ਵਾਲੇ ਚੰਗੇ ਹੁੰਦੇ ਉੱਥੇ ਲੜਕੇ ਵਾਲੇ ਮਾੜੇ ਮਿਲ ਜਾਂਦੇ ਆ।
ਇੱਕ ਸਾਡੇ ਦੇਸ਼ ਦਾ ਜਿਹੜਾ ਇੱਕ ਕਾਨੂੰਨ ਹੈ ਹਿੰਦੂ ਮੈਰਿਜ ਐਕਟ ਹੈ ਜੀ ਉਹਦੇ ਵਿੱਚ ਔਰਤ ਨੂੰ ਇਹਨਾਂ ਨੇ ਕੁਝ ਜ਼ਿਆਦਾ ਹੀ ਲਿਫਟ ਕੀਤਾ ਆ। ਬੰਦੇ ਦੇ ਹੱਥ ਵਿੱਚ ਉਹਦੇ ਕੋਲ ਕੁਝ ਨਹੀਂ। ਆਦਮੀ ਬੇਸ਼ੱਕ 100% ਹੀ ਸੱਚਾ ਹੋਵੇ ਉਹ ਫਿਰ ਵੀ ਝੂਠਾ। ਜਾਂ ਤਾਂ ਚਾਹੀਦਾ ਨਾ ਡਿਊਅਲ ਸਿਸਟਮ ਬਰਾਬਰ ਹੋਵੇ। ਇਹ ਮੈਂ ਕੋਈ 20-22 ਸਾਲ ਮੇਰੀ ਵਾਈਫ ਰਹੀ ਹੈ ਮੇਰੇ ਕੋਲ, ਕੋਈ ਇਹ ਨਹੀਂ ਵੀ ਮੈਰਿਜ ਨਹੀਂ ਕਰਾਇਆ, ਮੇਰੇ ਬੱਚਾ ਵੀ ਹੋਇਆ ਸੀ ਜੀ, ਪਰ ਚਲੋ ਡਿਫੈਕਟ ਤਾਂ ਉਹਦੇ ਸੀ, ਮੇਰੇ 'ਚ ਤਾਂ ਕੋਈ ਨਹੀਂ ਸੀ। ਤੇ ਉਹ ਬੱਚਾ ਵੀ ਚਲੋ ਨਹੀਂ ਸਾਡਾ ਸਿਰੇ ਚੜ੍ਹ ਸਕਿਆ ਕਿਉਂਕਿ ਉਹਦੇ 'ਚ ਕੋਈ ਸਰੀਰਕ ਨੁਕਸ ਸੀ। ਸਭ ਤੋਂ ਵੱਡੀ ਗੱਲ ਇਹ ਸੀ ਵੀ ਮੈਂ ਰਹਿਣ ਵਾਲਾ ਸੀ ਸਿੰਪਲ ਆਦਮੀ। ਉਹ ਜਿਹੜੇ ਸੀਗੇ ਥੋੜ੍ਹਾ ਜਿਹਾ ਅਮਰੀਕਾ ਵੀ ਗਏ ਹੋ ਸੀਗੇ ਅਤੇ ਸਾਡੇ ਨਾਲੋਂ ਇਕਨੋਮਿਕਲੀ ਸਾਊਂਡ ਸੀ। ਉਹ ਸਾਨੂੰ ਇਹ ਸਮਝਦੇ ਸੀ ਅਤੇ ਭਿਖਾਰੀ ਆ ਸਾਰੇ। ਉਹ ਸਾਨੂੰ ਐਕਸੈਸ ਟੀਜ਼ ਕਰਦੇ ਸੀ। ਬੰਦਾ ਵੇਖੋ ਹੱਦ ਆ ਜਾਂਦੀ ਕਿੰਨਾ ਕੁ ਬਰਦਾਸ਼ਤ ਕਰਦਾ ਜੀ। ਇੱਕ ਸਟੇਜ ਆ ਜਾਂਦੀ ਬੰਦਾ ਫਿਰ ਕਹਿੰਦਾ ਵੀ ਯਾਰ ਇਹਦੇ ਨਾਲ ਤਾਂ ਰਹਿਣ ਹੀ ਦਿਓ ਤੁਸੀਂ। ਐਨੀ ਹੋ ਫਿਰ ਵੀ ਮੈਂ ਉਹਨੂੰ ਡਾਈਵੋਰਸ ਨਹੀਂ ਸੀ ਕਰਦਾ। ਕੋਈ ਇਹੋ ਜਿਹਾ ਇੰਸੀਡੈਂਟ ਵਾਪਰਿਆ ਡਰਿੰਕ ਦੀ ਬਿਹਾਫ 'ਤੇ, ਕੋਈ ਮੇਰੀ ਉਹਦੀ ਲੜਾਈ ਨਹੀਂ ਹੋਈ, ਕੋਈ ਇੱਕ ਲਫ਼ਜ਼ ਵੀ ਇੱਕ ਦੂਜੇ ਨੂੰ ਅਸੀਂ ਮਾੜਾ ਨਹੀਂ ਕਿਹਾ। ਪਰ ਚਲੋ ਸਾਡੇ ਗੁਆਂਢੀ ਸੀ, ਉਹਨਾਂ ਤੋਂ ਮੈਂ ਇੱਕ ਸਿਰਫ ਗਲਾਸ ਲੈ ਕੇ ਇੱਕ ਪਾਈਆ ਡਰਿੰਕ ਕੀਤੀ ਸੀ। ਉਹ ਇਸ ਗੱਲ ਤੋਂ ਮੇਰੀ ਵਾਈਫ ਖਿੱਝ ਗਈ ਵੀ ਤੁਸੀਂ ਇਹਨੂੰ ਗਲਾਸ ਕਿਉਂ ਦਿੱਤਾ। ਉਹਨੂੰ ਗਾਲਾਂ ਕੱਢਣ ਲੱਗ ਪਈ, ਮੈਂ ਉਹਨੂੰ ਰੋਕਿਆ। ਉਹ ਮਸਲਾ ਵੱਧਦਾ ਫਿਰ ਤੁਹਾਨੂੰ ਪਤਾ ਹੀ ਆ ਸਾਡਾ ਸਮਾਜ ਕਿੱਦਾਂ ਦਾ, ਉਹਨੇ ਵਧਾ ਦਿੱਤਾ। ਆਖਰ ਮੈਟਰ ਜਿਹੜੀ ਡਾਈਵੋਰਸ 'ਤੇ ਮੁੱਕੀ। ਅਤੇ ਚਲੋ ਐ ਨਹੀਂ ਹੋ ਜੋ ਉਹਨਾਂ ਦੀ ਹਾਲਤ ਬਾਅਦ 'ਚ ਹੋਈ ਆ ਉਹ ਤਾਂ ਖੁਦਾ ਹੀ ਜਾਣਦਾ। ਇਸ ਲਈ ਮੈਂ ਨਹੀਂ ਕਹਿਣਾ ਚਾਹੁੰਦਾ ਕੁਛ ਵੀ। ਅਮਰੀਕਾ ਦੇ ਵਾਸਤੇ ਬੁਲਾਉਣ ਲਈ ਵੀ ਤੁਹਾਨੂੰ ਜਾਂ ਲਿਜਾਣ ਦੇ ਵਾਸਤੇ ਅਪਰੋਚ ਕੀਤੀ ਸਾਰਾ ਪਰਿਵਾਰ ਨੇ? ਸਪੋਂਸਰਸ਼ਿਪ ਮੈਨੂੰ ਭੇਜੀ ਸੀ ਉਹਨੇ USA ਆਉਣ ਵਾਸਤੇ, ਪਰ ਚੂੰਕਿ ਮੈਂ ਇੰਟਰਸਟਡ ਹੀ ਨਹੀਂ ਸੀ ਇਹਨਾਂ ਚੀਜ਼ਾਂ 'ਚ। ਜੇ ਮੇਰੀ ਜਗ੍ਹਾ 'ਤੇ ਕੋਈ ਹੋਰ ਬੰਦਾ ਹੁੰਦਾ ਤਾਂ ਇਨਲਾਜ਼ ਆਪਣਿਆਂ ਦਾ ਕਦੀ ਵੀ ਪਿੱਛਾ ਨਾ ਛੱਡਦਾ। ਬਿਲਕੁਲ। ਮੈਂ ਕਿਹਾ ਨਹੀਂ, ਮੈਂ ਜੇ ਮਟਰ ਤੋੜਨੇ ਤਾਂ ਮੇਰੇ ਦੇਸ਼ 'ਚ ਬਹੁਤ, ਮੈਂ ਉੱਥੇ ਜਾ ਕੇ ਜ਼ਰੂਰ ਤੋੜਨੇ ਆ। ਹੁਣ ਮੈਂ ਇੱਥੇ ਸਵਰਗ 'ਚ ਹਾਂ। ਹੁਣ ਚਲੋ ਐ ਨਹੀਂ ਹੋ ਮੈਂ ਕਹਿਣਾ ਨਹੀਂ ਚਾਹੁੰਦਾ, ਮੇਰੇ ਇਨਲਾਜ਼ ਆ ਸਾਰੇ ਹੀ ਖਤਮ ਹੋ ਚੁੱਕੇ। ਉਹਨਾਂ ਦਾ ਪ੍ਰਾਊਡ ਉਹਨਾਂ ਨੂੰ ਲੈ ਬੈਠਾ, ਫੈਮਿਲੀ ਖਤਮ ਹੋ ਗਈ। ਉਹ ਸਾਰੀਆਂ ਜ਼ਮੀਨਾਂ ਉਹ ਹੰਕਾਰ ਨੇ ਪਰਿਵਾਰ ਵੀ ਤੋੜ ਦਿੱਤਾ ਤੁਹਾਡਾ? ਹਾਂਜੀ, ਉਸ ਹੰਕਾਰ ਨੇ ਜਿਸ ਤਰੀਕੇ ਦਾ ਤੁਸੀਂ ਦੱਸ ਰਹੇ ਹੋ ਉੱਧਰ ਸੀਗਾ, ਉਹਨੇ ਪਰਿਵਾਰ ਵੀ ਤੁਹਾਡਾ ਤੋੜਿਆ? ਦੇਖੋ ਉਹਨਾਂ ਦੇ ਹੰਕਾਰ ਕਰਕੇ ਹੀ ਨਾ ਇਹ ਸਾਰਾ ਸਿਲਸਿਲਾ ਬਣਿਆ। ਇੱਕ ਸਾਡੇ ਮੇਜਰ ਗੱਲ ਇਹ ਹੋ ਜਾਂਦੀ ਆ, ਜਿਹੜੇ ਅਸੀਂ ਗਰੀਬ ਲੋਕ ਆ ਨਾ, ਜਿੱਦਾਂ ਸਾਡੇ ਇੱਕ ਕਹਾਵਤ ਆਉਂਦੀ, ਹੋਛੇ ਜੱਟ ਕਟੋਰਾ ਲੱਭਾ ਪਾਣੀ ਪੀ ਆਫਰਿਆਂ ਵਾਲੀ ਗੱਲ। ਉਹ ਇਲਾਜ ਦੇ USA ਜਾਣ ਕਰਕੇ ਉਹਨਾਂ ਨੂੰ ਇਹ ਹੋ ਗਿਆ ਵੀ ਸਾਡੇ ਸਾਹਮਣੇ ਹੁਣ ਹੋਰ ਕੀ ਆ, ਕੋਈ ਇਹ ਨਾ ਰੱਖੂ ਤਾਂ ਅਸੀਂ ਕਿਸੇ ਹੋਰ ਵਿਆਹ ਜਾਵਾਂਗੇ। ਇਹੋ ਜਿਹੀਆਂ ਧਾਰਨਾਵਾਂ। ਔਰ ਹੁਣ ਮੈਂ ਖੈਰ ਡਿਟੇਲ 'ਚ ਪ੍ਰਾਈਵੇਸੀ ਆ, ਮੈਂ ਤਾਂ ਚਲੋ ਆਪਾਂ ਤੁਹਾਡੀ ਨਿੱਜੀ ਜ਼ਿਆਦਾ ਜ਼ਿੰਦਗੀ ਦੀ ਡੂੰਘਾਈ ਦੇ ਵਿੱਚ ਜਾਣਾ ਵੀ ਨਹੀਂ ਚਾਹੁੰਦੇ। ਹਾਂ, ਮਤਲਬ ਕਹਿੰਦਾ ਵੀ ਸਿਰਫ ਲਾਸਟ 100 ਹੱਥ ਰੱਸਾ ਸਿਰੇ 'ਤੇ ਗੰਢ। ਅਸੀਂ ਉਸ ਔਰਤ ਨੂੰ ਬਿਲਕੁਲ ਡਾਈਵੋਰਸ ਨਹੀਂ ਸੀ ਕਰਦੇ। ਮੈਕਸੀਮਮ ਫਾਈਟ ਕੀਤੀ, ਕੋਰਟ ਵਿੱਚ ਵੀ ਉਹਨੂੰ ਰੱਖਣ ਦੀ ਕੋਸ਼ਿਸ਼ ਕੀਤੀ। ਮੈਂ ਆਖਰੀ ਇੱਕ ਵਾਰੀ ਆਪਣੇ ਮੂੰਹੋਂ ਲਫ਼ਜ਼ ਨਹੀਂ ਕਿਹਾ ਕਿ ਮੈਂ ਇਹਨੂੰ ਨਹੀਂ ਰੱਖਣਾ। ਬਟ ਜਿਹੜੇ ਕੁਛ ਪਿੰਡ ਦੇ ਲੋਕ ਇਹੋ ਜਿਹੇ ਵਿੱਚ ਪੈ ਗਏ, ਕੁਛ ਉਹਦੇ ਪਾਸੇ ਦੇ ਕੁਛ ਇਹੋ ਜਿਹੇ ਲੋਕ ਸੀਗੇ ਜਿਹੜੇ ਚਾਹੁੰਦੇ ਸੀ ਵੀ ਇਹਨਾਂ ਦਾ ਡਾਈਵੋਰਸ ਹੋ ਜਾਏ। ਹੋ ਸਕਦਾ ਉਹਨਾਂ ਦਾ ਇੰਟਰਸਟ ਹੋਵੇ ਵੀ ਅਸੀਂ ਆਪਣਾ ਮੁੰਡਾ ਅਮਰੀਕਾ ਭੇਜਣਾ, ਜਾਂ ਉਹਨਾਂ ਦਾ ਕੋਈ ਹੋਰ ਪਰਸਨਲ ਇੰਟਰਸਟ ਹੋਵੇ ਜਿਹੜਾ ਮੈਂ ਕਹਿ ਨਹੀਂ ਸਕਦਾ। ਪਰ ਮੈਂ ਤਾਂ ਤੁਹਾਨੂੰ ਕੋਰਟ ਦੀ ਐਵੀਡੈਂਸ ਦੇ ਸਕਦਾ ਵੀ ਮੈਂ ਇੱਕ ਲਫ਼ਜ਼ ਵੀ ਨਹੀਂ ਕੋਰਟ ਦੇ ਵਿੱਚ ਇਹ ਕਿਹਾ ਕਿ ਮੈਂ ਇਹਨੂੰ ਡਾਈਵੋਰਸ ਕਰਨਾ ਚਾਹੁੰਦਾ। ਆਪਣਾ ਮਨ ਨਹੀਂ ਸੀ ਮੰਨਦਾ ਛੱਡਣਾ ਸਾਥੀ ਨੂੰ, ਮਨ ਮੰਨੇ ਜਾਂ ਨਾ ਮੰਨੇ। ਪਰ ਈਵਨ ਦੈਨ ਜਿਹੜਾ ਹੁਣ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੁਸੀਂ ਲਾਵਾਂ ਲਈਆਂ, ਉਹਨੂੰ ਆਪਣਾ ਜੀਵਨ ਸਾਥੀ ਮੰਨਿਆ, 19-21 ਤਾਂ ਲਾਈਫ 'ਚ ਹੁੰਦੀਆਂ ਹੀ ਰਹਿੰਦੀਆਂ। ਬਿਲਕੁਲ। ਅਤੇ ਜੇ ਅਸੀਂ ਹੁਣ ਇਹ ਕਹੀਏ ਵੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਸੀਂ ਠੁਕਰਾ ਦਈਏ ਅਤੇ ਇਹ ਤਾਂ ਇੱਕ ਅਨਹੋਣੀ ਬਾਤ ਹੀ ਹੋਏਗੀ ਨਾ। ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਸੀ ਕਿ ਇਹ ਕਿਸੇ ਵੀ ਤਰ੍ਹਾਂ ਚਲੋ ਮੇਰੇ ਰਵੇ। ਮੇਰੀ ਫੈਮਿਲੀ ਬੜੀ ਜੈਂਟਲ ਆ। ਕਦੀ ਮੇਰੀ ਮਾਤਾ, ਕੌਣ ਹੈ ਪਰਿਵਾਰ ਦੇ ਵਿੱਚ? ਹੁਣ ਤੁਹਾਡੇ ਬ੍ਰਦਰ ਵੀ ਕਹਿੰਦੇ ਸਰਵਿਸਿਜ਼ ਦੇ ਉੱਤੇ ਨੇ ਸਾਰੇ। ਸਾਡੇ ਪਰਿਵਾਰ ਦੇ ਵਿੱਚ ਇਸ ਵੇਲੇ ਫਾਦਰ ਸਾਡੇ ਤਾਂ ਐਕਸਪਾਇਰ ਹੋ ਚੁੱਕੇ ਆ, ਮਾਤਾ ਹੈਗੀ ਆ, ਅਤੇ ਬਾਕੀ 2 ਬ੍ਰਦਰ ਆ ਮੇਰੇ, ਉਹ ਮੈਰਿਡ ਹੈਗੇ ਆ। ਅਤੇ ਇੱਕ ਬ੍ਰਦਰ ਮੇਰਾ ਡਾਕਟਰ ਆ, ਅਤੇ ਛੋਟਾ ਜਿਹੜਾ ਉਹ ਕਲਾਸ 4 ਐਮਪਲੋਈ ਆ, ਪਰ ਉਹਦੇ ਬੱਚੇ ਜਿਹੜੇ ਆ ਬਾਹਰ ਚਲ ਗਏ ਆ, ਆਸਟ੍ਰੇਲੀਆ ਸੈਟਲ ਹੈਗੇ ਆ। ਅਤੇ ਛੋਟਾ ਜਿਹਾ ਸਾਡਾ ਪਰਿਵਾਰ ਹੈ ਕਿ ਬਹੁਤ ਵੱਡਾ ਨਹੀਂ। ਮਾਤਾ ਸਾਡੀ ਬਹੁਤ ਅੱਛੀ ਨੇਚਰ ਦੀ ਆ। ਸਾਡਾ ਸਾਰਾ ਪਰਿਵਾਰ ਉਸ ਔਰਤ ਮਨ ਨਹੀਂ ਤੁਹਾਡਾ ਕਰਦਾ ਵੀ ਮੈਂ ਪਰਿਵਾਰ 'ਚ ਜਾ ਕੇ ਰਵਾਂ, ਉੱਥੇ ਉਹਨਾਂ ਦੇ ਨਾਲ ਰਵਾਂ?
ਉਹਦਾ ਕਾਰਨ ਇਹ ਆ, ਦੇਖੋ ਮੈਂ ਦੱਸਾਂ, ਉੱਥੇ ਬ੍ਰਦਰ ਛੋਟਾ ਹੈਗਾ, ਉਹਦੀ ਵਾਈਫ ਹੈਗੀ ਆ, ਮਾਤਾ ਉੱਥੇ ਆ, ਉਹਨਾਂ ਨੇ ਮਾਤਾ ਨੂੰ ਸਾਂਭਿਆ ਆ ਜੀ। ਉੱਥੇ ਜਿਹੜੇ ਉਹਨਾਂ ਨੇ ਵਧੀਆ ਮਕਾਨ ਬਣਾਏ ਆ, ਸਭ ਫੈਸਿਲਿਟੀ ਆ ਉੱਥੇ। ਹੁਣ ਇੱਥੇ ਮੈਨੂੰ ਇਹ ਆ ਵੀ ਸਾਡੀ ਜ਼ਮੀਨ ਵੀ ਆ, ਉਹ ਵੀ ਲੁੱਕ ਆਫਟਰ ਕਰਨੀ ਆ। ਇੱਥੇ ਸਾਡੇ ਨਾਨਾ ਜੀ ਦਾ ਘਰ ਵੀ ਪਿੱਛੇ, ਜਿਹੜਾ ਮੈਂ ਐਕਚੁਅਲੀ ਨਾਨਕਿਆਂ ਦੇ ਰਹਿ ਰਿਹਾ ਨਾ, ਜੀ ਜੀ ਤੇ ਉਹਦੀ ਵੀ ਮੈਨੂੰ ਲੁੱਕ ਆਫਟਰ ਕਰਨੀ ਪੈਂਦੀ ਆ, ਜ਼ਮੀਨ ਦੀ ਲੁੱਕ ਆਫਟਰ ਵੀ ਕਰਨੀ ਪੈਂਦੀ ਆ। ਸੈਕੰਡਲੀ ਇੱਥੇ ਮੈਂ ਨੇਚਰ ਨਾਲ ਜੁੜਿਆ ਹਾਂ। ਉੱਥੇ ਜਾ ਕੇ ਉਹ ਤਾਂ ਮੈਨੂੰ ਜ਼ੋਰ ਲਾਉਂਦੇ ਵੀ ਤੁਸੀਂ ਆ ਜਾਓ ਇੱਥੇ, ਪਰ ਮੈਂ ਨਹੀਂ ਰਹਿਣਾ ਚਾਹੁੰਦਾ ਪੱਕੇ ਮਕਾਨਾਂ ਦੇ ਵਿੱਚ, ਮੈਨੂੰ ਰਹਿਣ ਦਾ ਕੋਈ ਸ਼ੌਕ ਨਹੀਂ। ਅੱਛਾ, ਇੱਕ ਗੱਲ ਮੈਂ ਹੋਰ ਤੁਹਾਡੇ ਬਾਰੇ ਬੜੀ ਸੁਣੀ ਹੈ, ਕਹਿੰਦੇ ਜੇ ਤੁਸੀਂ ਸਟੱਡੀ ਕਰਦੇ ਸੀਗੇ, ਐਮਏ ਕੀਤੀ ਜਾਂ ਕਾਲਜ ਪੜ੍ਹਦੇ ਸੀਗੇ, ਉਹ ਦੌਰ ਵੀ ਤੁਸੀਂ ਬੜਾ ਔਖਾ ਦੇਖਿਆ। ਕਹਿੰਦੇ ਉਦੋਂ ਤਾਂ ਇੰਨੀਆਂ ਫੈਸਿਲਿਟੀਆਂ ਵੀ ਨਹੀਂ ਸੀ, ਪਰ ਫਿਰ ਵੀ ਤੁਹਾਡਾ ਪੜ੍ਹਾਈ ਦੇ ਨਾਲ ਇੰਨਾ ਲਗਾਵ ਸੀਗਾ। ਮੈਂ ਉਹ ਕੋਈ ਘਟਨਾ ਯਾਦ ਹੈ ਤੁਹਾਨੂੰ ਉਸ ਪੜ੍ਹਾਈ ਦੇ ਦੌਰਾਨ ਵੀ ਕਿੱਦਾਂ ਪੜ੍ਹਾਈਆਂ ਕਰਨੀਆਂ ਪੈਂਦੀਆਂ ਸੀ, ਕਿਹੜੀਆਂ ਪਰਿਸਥਿਤੀਆਂ ਦੇ ਨਾਲ ਜੂਝਣਾ ਪੈਂਦਾ ਸੀ? ਦੇਖੋ, ਮੈਂ ਘਟਨਾ ਤੁਹਾਨੂੰ ਬਹੁਤ ਯਾਦ ਹੈਗੀਆਂ, ਪਰ ਇੱਕ ਘਟਨਾ ਤੁਹਾਨੂੰ ਦੱਸ ਦਿੰਦਾ। ਸਾਡੇ ਪਿੰਡ ਵਿੱਚ ਇੱਕ ਢੇਰ ਹੁੰਦੇ ਸੀ, ਜਿੱਥੇ ਅੱਜ ਕੱਲ੍ਹ ਜੰਝ ਘਰ ਬਣਿਆ। ਉੱਥੇ ਇੱਕ ਛੋਟੀ ਜਿਹੀ ਲੈਂਪ ਹੁੰਦੀ ਸੀ, ਕਿਸੇ ਨੇ ਨਾ ਉਹ ਮਤਲਬ ਆਪਣੀ ਵੱਲੋਂ ਕੰਡਮ ਕਰਕੇ ਸਿੱਟ ਦਿੱਤੀ ਸੀ। ਉਹਨਾਂ ਸਮਿਆਂ ਵਿੱਚ ਬਿਜਲੀ ਨਹੀਂ ਸੀਗੀ, ਨਾ ਪੱਖੇ ਹੀ ਸੀਗੇ। ਕੋਠੇ ਦੇ ਉੱਤੇ ਬਹਿ ਕੇ ਮੈਂ ਪੜ੍ਹਦਾ ਹੁੰਦਾ ਸੀ ਪਿੰਡ ਦੇ ਵਿੱਚ। ਉਹ ਮੈਨੂੰ ਲੱਭੀ, ਮੈਂ ਕਿਹਾ ਚੀਜ਼ ਵਧੀਆ। ਉਸ ਸਮੇਂ ਸ਼ਹਿਰ ਇੱਕ ਹੁੰਦਾ ਸੀ ਆਪਣੇ ਮਨਿਆਰੀ ਵਾਲਾ, ਉਹਨੂੰ ਪਤਾ ਨਹੀਂ ਕੀ ਉਹਦਾ ਮੈਨੂੰ ਨਾਂ ਭੁੱਲ ਗਿਆ, ਸਾਹਿਬ ਦੀ ਹੱਟੀ ਸ਼ਾਇਦ ਕਹਿੰਦੇ ਸੀ। ਉਹਦੇ ਕੋਲ ਮੈਂ ਨਾ ਲੈਂਪ ਖੜੀ, ਮੈਂ ਕਿਹਾ ਜੀ ਇਹਨੂੰ ਸ਼ੀਸ਼ਾ ਪੈ ਜੂ। ਉਹਨੇ ਇੱਕ ਛੋਟਾ ਜਿਹਾ ਸ਼ੀਸ਼ਾ ਕਹਿੰਦਾ ਪੈ ਜਾਣਾ, ਪਾ ਕੇ ਦਿੱਤਾ, ਛੋਟੀ ਜਿਹੀ ਲੈਂਪ। ਉਹ ਬਹੁਤ ਵਧੀਆ ਚੱਲੀ, ਉਹਦੇ ਨਾਲ ਮੈਂ ਸਟੱਡੀ ਕਰਦਾ ਰਿਹਾ। ਐਮਏ ਮੈਂ ਜਿਹੜੀ ਆ ਲਗਭਗ ਦੀਵੇ ਜਾਂ ਲੈਂਪ ਨਾਲ ਹੀ ਕੀਤੀ, ਕਿਉਂਕਿ ਉਸ ਸਮੇਂ ਮੇਰੇ ਸਾਡੇ ਇੱਥੇ ਲਾਈਟ ਵਗੈਰਾ ਹੈ ਨਹੀਂ ਸੀ। ਅਤੇ ਉਹ ਤੋਂ ਬਾਅਦ ਫਿਰ ਚਲੋ ਹੁਣ ਤਾਂ ਲਾਈਟ ਵੀ ਆ, ਸਭ ਕੁਛ ਆ, ਹੁਣ ਤਾਂ ਕਿਸੇ ਕਿਸਮ ਦੀ ਕਮੀ ਹੀ ਕੋਈ ਨਹੀਂ। ਅਤੇ ਕੋਈ ਸਾਡੀ ਜ਼ਮੀਨ ਨਹੀਂ ਸੀ ਪਹਿਲਾਂ, ਥੋੜ੍ਹੀ ਜਿਹੀ ਅਸੀਂ ਜ਼ਮੀਨ ਵੀ ਪਰਚੇਜ਼ ਕਰ ਲਈ ਆ। ਹਾਂਜੀ, ਅਤੇ ਬੜੀਆਂ ਤਕਲੀਫਾਂ ਦੇਖੀਆਂ। ਛੋਟਾ ਜਿਹਾ ਮਕਾਨ ਹੁੰਦਾ ਸੀ ਘਰ ਸਾਡਾ, ਜਿੱਥੇ ਅਸੀਂ ਸਾਰੇ ਰਹਿੰਦੇ ਸੀਗੇ। ਹੌਲੀ ਹੌਲੀ ਐਫਰਟਸ ਕੀਤੀਆਂ, ਹੁਣ ਸਭ ਕੁਛ ਹੈ, ਕਿਸੇ ਗੱਲ ਦੀ ਕਮੀ ਨਹੀਂ। ਇੱਥੇ ਤਾਂ ਮੈਂ ਸ਼ੌਕ ਨਾਲ ਰਹਿ ਰਿਹਾ, ਕਿਉਂਕਿ ਮੇਰੀ ਨੇਚਰ ਹੀ ਜਿਹੜੀ ਆ ਨੇਚਰ ਨਾਲ ਜੁੜਨ ਦੀ ਆ। ਇਸ ਕਰਕੇ ਮੈਨੂੰ ਇੱਥੇ ਜਿੰਨੀ ਖੁਸ਼ੀ ਮਿਲਦੀ ਆ, ਸ਼ਾਇਦ ਕਿਸੇ ਆਦਮੀ ਨੂੰ ਮਹਿਲ 'ਚ ਵੀ ਨਾ ਮਿਲਦੀ ਹੋਵੇ। ਮੈਂ ਤਾਂ ਉਸ ਚੀਜ਼ ਨੂੰ ਮਹਿਸੂਸ ਕਰਦਾ, ਕਿਉਂਕਿ ਮੈਂ 2-3 ਵਾਰੀ ਤੁਹਾਨੂੰ ਇੱਥੇ ਆ ਕੇ ਮਿਲ ਚੁੱਕਿਆ। ਜਿਸ ਤਰੀਕੇ ਨਾਲ ਤੁਹਾਡਾ ਪਹਿਰਾਵਾ, ਰਹਿਣੀ ਬਹਿਣੀ, ਲੋਕ ਤਾਂ ਪਰਿਵਾਰ ਸਾਰੇ ਪਿੰਡ ਵਾਲੇ ਵੀ ਕਹਿੰਦੇ ਹੋਣਗੇ ਵੀ ਤੁਸੀਂ ਆਪ ਇੰਨੇ ਪੜ੍ਹੇ ਲਿਖੇ ਹੋ, ਇੰਨੀ ਨੌਲੇਜ ਸੀਗੀ, PCS ਤੱਕ ਦਾ ਪੇਪਰ ਕਲੀਅਰ ਕੀਤਾ, ਫਿਰ ਤੁਸੀਂ ਵੀ ਥੋੜ੍ਹਾ ਆਪਣੇ ਆਪ ਨੂੰ ਬਦਲ ਕੇ ਸਾਡੇ ਨਾਲ ਵਿਚਰੋ। ਜਾਂ ਉਹ ਮਨ ਨਹੀਂ ਕਰਦਾ ਵੀ ਮੈਂ ਆਪਣਾ ਲਿਬਾਸ ਬਦਲਾਂ, ਜਾਂ ਬਿਲਕੁਲ ਜਿਵੇਂ ਆਮ ਲੋਕ ਹਾਈ ਫਾਈ ਰਹਿੰਦੇ ਨੇ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ, ਉੱਦਾਂ ਹੋ ਜਾਵਾਂ? ਬਹੁਤ ਲੋਕ ਇਸ ਚੀਜ਼ ਨੂੰ ਮਹਿਸੂਸ ਵੀ ਕਰਦੇ ਆ, ਮੈਨੂੰ ਕਹਿੰਦੇ ਵੀ ਆ। ਪਰ ਮੈਂ ਸੱਚਾਈ ਇਹ ਆ ਵੀ ਉਹ ਮਨੁੱਖ ਨਹੀਂ ਹੁੰਦਾ ਜਿਹੜਾ ਆਪਣਾ ਪਿਛੋਕੜ ਭੁੱਲ ਜਾਏ, ਔਕਾਤ ਭੁੱਲ ਜਾਏ। ਤੁਹਾਨੂੰ ਕੋਈ ਖੁਸ਼ੀ ਵਧੀਆ ਕੱਪੜੇ ਨਹੀਂ ਦੇ ਸਕਦੇ, ਵਧੀਆ ਮਕਾਨ ਨਹੀਂ ਦੇ ਸਕਦੇ। ਖੁਸ਼ੀ ਤੁਹਾਡੇ ਜਿਹੜੇ ਕਰਮ ਜਾਂ ਕੰਮ ਆ, ਚੰਗੇ ਕੰਮਾਂ ਨਾਲ ਮਿਲਣੀ ਆ। ਮਾਨਸਿਕ ਸ਼ਾਂਤੀ ਤੁਹਾਨੂੰ ਤਦੇ ਹੀ ਮਿਲੇਗੀ ਜੇ ਤੁਹਾਡਾ ਕੰਮ ਜਾਂ ਕਰਮ ਸ਼ੁੱਧ ਹੋਊਗਾ। ਜੇ ਤੁਸੀਂ ਇਹ ਕਹੋ ਵੀ ਵਧੀਆ ਕੱਪੜੇ ਪਾ ਲਈਏ ਜਾਂ ਖੋਤੇ ਦੇ ਸ਼ੇਰ ਦੀ ਖੱਲ ਪਾ ਦਿਓ ਤਾਂ ਸ਼ੇਰ ਬਣ ਜਾਊਗਾ, ਨਹੀਂ ਬਣਦਾ। ਠੀਕ ਹੈ ਨਾ? ਚਲੋ ਐਨੀ ਹੋ, ਫਿਰ ਵੀ ਕੱਪੜੇ ਸਾਫ਼ ਹੋਣੇ ਚਾਹੀਦੇ ਆ, ਬੇਸ਼ੱਕ ਸਾਦੇ ਹੋਣ, ਕੋਈ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਵਧੀਆ। ਸੈਕੰਡਲੀ ਹੁਣ ਸਾਡੀ ਉਮਰ ਇੱਦਾਂ ਦੀ ਆ। ਮੈਨੂੰ ਮਾਫ਼ ਕਰਨਾ, ਮੈਂ ਕੱਪੜਿਆਂ ਦੇ ਉੱਤੇ ਕੋਈ ਸਵਾਲ ਜਾਂ ਇੱਦਾਂ ਦੀ ਟਿੱਪਣੀ ਨਹੀਂ ਕੀਤੀ। ਮੈਂ ਹੁਣ ਉਮਰ ਸਾਡੀ ਇਹੋ ਜਿਹੀ ਆ ਵੀ ਅਸੀਂ ਹੁਣ ਪੈਂਟਾਂ ਤਾਂ ਨਹੀਂ ਪਾਉਣੀਆਂ ਚਾਹੁੰਦੇ, ਬੈਲਟਾਂ ਲਾ ਕੇ ਲੱਕ ਘੁੱਟ ਰੱਖੀਏ। ਪਜਾਮਾ ਈਜੀ ਕੱਪੜਾ ਆ, ਬੈਠ ਸਕਦੇ ਹਾਂ, ਦੌੜ ਸਕਦੇ ਹਾਂ, ਤੁਰ ਸਕਦੇ ਹਾਂ, ਫਿਰ ਸਕਦੇ ਹਾਂ। ਠੀਕ ਹੈ ਨਾ? ਅਤੇ ਜਿਹੜੇ ਹੁਣ ਅੱਜ ਕੱਲ੍ਹ ਦੇ ਮੁੰਡੇ ਆ, ਉਹ ਤਾਂ ਜਿੱਦਾਂ ਕੱਪੜੇ ਪਾਉਂਦੇ ਆ, ਘੁੱਟੇ ਹੋਏ ਰਹਿੰਦੇ ਹਰ ਵੇਲੇ। ਮੈਂ ਤਾਂ ਕਾਲਜ ਲਾਈਫ ਦੇ ਵਿੱਚ ਵੀ ਕਦੀ ਇੰਨਾ ਫੈਸ਼ਨ ਦੇ ਵੱਲ ਨਹੀਂ ਸੀ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵਾਰੀ ਦਾ ਮੈਨੂੰ ਹਾਦਸਾ ਯਾਦ ਆ। ਇੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਸੀ ਅਤੇ ਮੈਂ ਇੰਚਾਰਜ ਸੀ ਉੱਥੇ ਦਾ। ਉੱਧਰ ਸਾਡੇ ਪ੍ਰਿੰਸੀਪਲ ਹੁੰਦੇ ਸੀ DP ਗੁਪਤਾ, ਟਾਂਡੇ ਕਾਲਜ ਦੇ। ਉਹਨਾਂ ਦਾ ਕੋਈ ਫਰੈਂਡ ਬੇਗੋਵਾਲ ਕਾਲਜ ਸੀਗਾ, ਉੱਥੇ ਉਹਨਾਂ ਨੇ ਕੋਈ ਫੰਕਸ਼ਨ ਰੱਖਿਆ ਸੀ ਡੈਕਲਾਮੇਸ਼ਨ ਕੰਟੈਸਟ ਦਾ, ਅਤੇ ਮੈਂ ਇੱਧਰ ਸੀਗਾ। ਮੈਨੂੰ ਚਲੋ ਐ ਨਹੀਂ ਹੋ ਕਿਸੇ ਬੰਦੇ ਨੂੰ ਨਹੀਂ ਮੈਸੇਜ ਭੇਜਿਆ, ਉਹਨੇ ਮੈਨੂੰ ਮੈਸੇਜ ਨਹੀਂ ਦਿੱਤਾ। ਫਿਰ ਉਹਨਾਂ ਨੇ ਆਪਣਾ PN ਭੇਜਿਆ ਪਿਆਰੇ ਲਾਲ ਵੀ ਜਾ ਕੇ ਸੰਧੂ ਨੂੰ ਸੁਨੇਹਾ ਦਿਓ ਵੀ ਮੇਰੀ ਇੱਜ਼ਤ ਦਾ ਸਵਾਲ ਆ ਅਤੇ ਉੱਥੇ ਜ਼ਰੂਰ ਆਵੇ ਬੇਗੋਵਾਲ। ਮੈਂ ਕਿਹਾ ਜੀ ਵੀ ਉਸ ਵੇਲੇ ਉਹ ਆਇਆ, ਕਹਿੰਦੇ ਇੱਦਾਂ ਆਹ ਪ੍ਰਿੰਸੀਪਲ ਸਾਹਿਬ ਦਾ ਤੁਹਾਨੂੰ ਸੁਨੇਹਾ। ਮੈਂ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਹੁਣ ਚਲੋ, ਮੈਨੂੰ ਜਾਣਾ ਹੀ ਪੈਣਾ, ਹੁਣ ਪ੍ਰਿੰਸੀਪਲ ਸਾਹਿਬ ਦਾ ਇੰਨਾ ਸਖਤ ਆਰਡਰ ਆ। ਤਾਂ ਮੈਂ ਦੇਖੋ ਇੱਥੋਂ ਚੱਲਿਆ ਟਾਂਡੇ
ਟਾਂਡੇ ਤੋਂ ਮੈਂ ਇੱਕ 3 ਵੀਲਰ ਵੱਡੇ ਜਿਹੜੇ ਹੁੰਦੇ ਸੀ ਉਹ ਫੜਿਆ, ਉਹ ਵੀ ਰਾਹ 'ਚ ਕਈ ਵਾਰੀ ਖਰਾਬ ਹੁੰਦਾ ਗਿਆ। ਅਖੀਰ ਮੈਂ ਜਦੋਂ ਬੇਗੋਵਾਲ ਪਹੁੰਚਿਆ ਨਾ, ਮੇਰੇ ਹੱਥ 'ਚ ਝੋਲਾ ਸੀ ਤੇ ਫੰਕਸ਼ਨ ਉਹਨੇ ਖਤਮ ਕਰਤਾ ਸੀ। ਮੈਨੂੰ ਦੂਰੋਂ ਹੀ ਪ੍ਰਿੰਸੀਪਲ ਨੇ ਦੇਖ ਲਿਆ, ਉਹ ਕਹਿੰਦੇ ਫੰਕਸ਼ਨ ਖਤਮ ਨਾ ਕਰਿਓ, ਸਾਡਾ ਮੁੰਡਾ ਆ ਗਿਆ। ਮੈਂ ਬੋਲਣਾ ਉੱਥੇ ਸੀ ਪੱਟ ਸੁੱਟਿਆ ਫੈਸ਼ਨਾਂ ਨੇ। ਮੈਂ ਚਾਹੂੰਗਾ ਇੱਕ ਵਾਰ ਸੁਣਾ ਦਿਓ, ਅੱਜ ਵੀ ਫੈਸ਼ਨ ਦਾ ਦੌਰ ਬਹੁਤ ਹੈ। ਚਲੋ ਮੈਂ ਤੁਹਾਨੂੰ 2 ਸ਼ੇਰ ਸੁਣਾ ਦਿੰਦਾ ਪੱਟ ਸੁੱਟਿਆ ਫੈਸ਼ਨਾਂ ਦਾ। ਮੈਂ ਜਾਂਦਿਆਂ ਹੀ ਨਾ ਜਿਸ ਨਾਲ ਉਹਨੇ ਦੁਬਾਰਾ ਮਤਲਬ ਉਹ ਰੀਅਸੈਂਬਲ ਕੀਤੇ ਸਾਰੇ ਸਟੂਡੈਂਟ ਉੱਥੇ ਕਾਲਜ ਦੇ, ਅਤੇ ਆਖਰੀ ਬੁਲਾਰਾ ਹੀ ਮੈਂ ਰਹਿ ਗਿਆ ਸੀ। ਮੈਨੂੰ ਜਾਂਦੇ ਨੂੰ ਕਹਿੰਦੇ ਵੀ ਤੁਸੀਂ ਆਪਣਾ ਹੁਣ ਲੈਕਚਰ ਦਿਓ ਇੱਥੇ। ਮੈਂ ਜਾਂਦਿਆਂ ਸਟੇਜ 'ਤੇ ਪਹਿਲਾਂ ਇੱਕ ਸ਼ੇਰ ਕਿਹਾ, ਮੈਂ ਕਿਹਾ ਪੱਟ ਸੁੱਟਿਆ ਫੈਸ਼ਨਾਂ ਨੇ, ਔਖਾ ਹੋਇਆ ਗੁਜ਼ਾਰਾ, 250 ਦੀ ਇੱਕ ਪਤਲੂਨ ਸਮਾਈ, ਸਿੰਘਾਂ ਨੇ ਭੁੱਖਾ ਮਾਰ ਕੇ ਟੱਬਰ ਸਾਰਾ, ਨਾਲ ਸਮੇਂ ਦੇ ਚੱਲਣਾ ਪੈਂਦਾ, ਚੱਲਦਾ ਨਾ ਕੋਈ ਚਾਰਾ, ਕਿਵੇਂ ਪਛਾਣੀਏ ਫੈਸ਼ਨ ਪੱਟਿਆਂ 'ਚੋਂ ਕਰਤਾਰੀ ਤੇ ਕਰਤਾਰਾ। ਉੱਥੇ ਆਡੀਅੰਸ ਜਿੰਨੀ ਸੀ ਨਾ, ਮੈਂ ਕਿਹਾ ਉਹ ਲਵਾਣਾ ਬਿਲਟ ਸੀ, ਉਹ ਜੰਪ ਮਾਰਨ ਸਾਰੇ। ਫਿਰ ਖੈਰ ਸਪੀਚ ਦੇ ਕੇ ਮੈਂ ਜਦੋਂ ਆਖਰੀ ਸ਼ੇਰ ਕਿਹਾ, ਜਦੋਂ ਦਾ ਚੱਲਿਆ ਇਹ ਤੰਗ ਫੈਸ਼ਨ, ਉਦੋਂ 1 ਪੀਸ ਚੱਲਦਾ ਸੀ, ਜਦੋਂ ਦਾ ਚੱਲਿਆ ਇਹ ਤੰਗ ਫੈਸ਼ਨ, ਦੁਨੀਆ ਹੀ ਸਾਰੀ ਤੰਗ ਹੋ ਗਈ, ਨਾ ਕੋਈ ਮਾਂ ਸਮਝੇ ਨਾ ਕੋਈ ਭੈਣ ਸਮਝੇ, ਦੁਨੀਆ ਹੀ ਸਾਰੀ ਨਿਸੰਗ ਹੋ ਗਈ, ਖੱਟਿਆ ਕਮਾਇਆ ਲੱਗ ਗਿਆ ਸਭ ਫੈਸ਼ਨਾਂ ਤੇ, ਦੁਨੀਆ ਹੀ ਨੰਗ ਮਲੰਗ ਹੋ ਗਈ। ਉਹ ਸੰਧੂ ਸੜਕ ਤੇ ਜਾਂਦਾ ਦੇਖ ਤੰਗ ਫੈਸ਼ਨ, ਸੰਤ ਮਹਿੰਗਾ ਰਾਮ ਦੀ ਭਗਤੀ ਵੀ ਭੰਗ ਹੋ ਗਈ। ਉੱਥੇ ਮੈਨੂੰ ਫਸਟ ਪ੍ਰਾਈਜ਼ ਮਿਲਿਆ ਸੀ। ਮਤਲਬ ਲਾਈਫ ਇੱਦਾਂ ਹੀ ਚੱਲਦੀ ਰਹੀ ਆ, ਜਦੋਂ ਵੀ ਕਿਤੇ ਮਨ 'ਚ ਆ ਗਿਆ। ਹਾਂਜੀ, ਅਤੇ ਉਹ ਫਿਰ ਮੈਂ ਕਹਿਣ ਦਾ ਮੇਰਾ ਮਤਲਬ ਇਹ ਸੀ ਵੀ ਕਾਲਜ ਦੇ ਵਿੱਚ ਵੀ ਪ੍ਰੋਫੈਸਰ ਵੀ ਜਿੰਨੇ ਸੀਗੇ ਰਿਸਪੈਕਟ ਕਰਦੇ ਸੀ, ਹਾਲਾਂਕਿ ਮੈਂ ਬਹੁਤ ਸਿੰਪਲ ਰਹਿੰਦਾ ਸੀ ਉੱਥੇ। ਅੱਛਾ, ਆਖਰੀ ਸਵਾਲ ਲਊਂਗਾ, ਇੰਨੀਆਂ ਰਚਨਾਵਾਂ ਤੁਸੀਂ ਹੁਣ ਤੱਕ ਲਿਖੀਆਂ, ਹਰ ਚੀਜ਼ ਦੇ ਉੱਤੇ ਵਿਅੰਗ ਵੀ ਕੀਤਾ, ਸਾਹਿਤਕ ਦੇ ਤੌਰ ਦੇ ਉੱਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ, ਧਾਰਮਿਕ ਵੀ ਲਿਖਿਆ, ਦੇਸ਼ ਭਗਤੀ ਦੇ ਉੱਤੇ ਵੀ ਲਿਖਿਆ, ਤਾਂ ਕਦੀ ਆਪਣਾ ਕਿਤਾਬ ਕੋਈ ਛਪਵਾਈ ਹੈ, ਕਦੀ ਕੋਈ ਰਿਲੀਜ਼ ਕੀਤੀ ਕਿਤਾਬ ਵੀ ਦਿਲ ਦੇ ਵਿੱਚ ਹੈ ਕੋਈ ਖੁਆਇਸ਼? ਮੈਂ ਫਿਲਹਾਲ ਨਾ ਕਾਫੀ ਕੁਛ ਲਿਖਿਆ ਮੈਂ। ਇੱਕ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਨਕਲ ਦਾ ਕੰਮ ਬਹੁਤ ਚੱਲ ਰਿਹਾ। ਮੈਂ ਹੁਣ ਥੋੜ੍ਹਾ ਜਿਹਾ ਕਿਸੇ ਵੇਲੇ ਪੀਸਫੁਲ ਵੇ ਨਾਲ ਹੋ ਕੇ ਨਾ, ਸ਼ਾਂਤਮਈ ਵਾਤਾਵਰਨ 'ਚ ਬੈਠ ਕੇ ਉਹਨਾਂ ਚੀਜ਼ਾਂ ਨੂੰ ਕੰਪਾਈਲ ਕਰਾਂਗਾ ਸਾਰੀਆਂ ਨੂੰ। ਔਰ ਜਿਸ ਤਰ੍ਹਾਂ ਦੀ ਵੀ ਕੋਈ ਮੇਰੇ ਤੋਂ ਰਚਨਾ ਸਾਹਿਤ ਨੂੰ ਜਾਂ ਸਮਾਜ ਨੂੰ ਜਾਂ ਦੇਸ਼ ਨੂੰ ਦੇ ਹੋ ਸਕੀ ਕੋਸ਼ਿਸ਼ ਕਰੂੰਗਾ। ਪਰ ਮੈਂ ਇਸ ਕਰਕੇ ਨਹੀਂ ਲਿਖਦਾ ਜਾਂ ਮੇਰਾ ਵੀ ਨਾਂ ਆਵੇ, ਜਾਂ ਮੈਂ ਕੋਈ ਸਾਹਿਤ ਦੇ ਵਿੱਚ ਮਿੱਥੀਆਂ ਕਿਤਾਬਾਂ ਬਣਾਵਾਂ ਵੀ ਇੰਨੀਆਂ ਲਿਖਣੀਆਂ ਅਤੇ ਇੰਨੀਆਂ ਨਹੀਂ ਲਿਖਣੀਆਂ। ਗੱਲ ਤਾਂ ਤੁਹਾਡੀ ਇੱਕ ਛੋਟੀ ਜਿਹੀ ਆ, ਉਹ ਵੀ ਬਹੁਤ ਅਸਰ ਕਰ ਦਿੰਦੀ ਜੀ। ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਅਤੇ ਜੇ ਉਹਦਾ ਪਹਿਲਾ ਹੀ ਸ਼ਬਦ ਇੱਕ ਓਂਕਾਰ ਪੜ੍ਹ ਲਓ ਅਤੇ ਉਹਦੇ ਵਿੱਚ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਸਮਾਇਆ ਹੈ ਜੀ। ਮਤਲਬ ਕਹਿਣ ਦਾ ਵੀ ਸ਼ਾਰਟਕੱਟ ਅੱਜ ਕੱਲ੍ਹ ਸਮਾਂ ਲੋਕਾਂ ਕੋਲ ਇੰਨਾ ਨਹੀਂ ਵੀ ਤੁਹਾਡੀਆਂ ਕਿਤਾਬਾਂ ਪੜ੍ਹੀ ਜਾਣ ਜੀ। ਅੱਜ ਕੱਲ੍ਹ ਮਨੀ ਮਾਈਂਡਡ ਲੋਕ ਹੈਗੇ ਆ, ਉਹਨਾਂ ਦਾ ਬਹੁਤਾ ਸਮਾਂ ਪੈਸਾ ਕਮਾਉਣ ਨੂੰ ਲੱਗ ਜਾਂਦਾ। ਕੋਈ ਸਾਹਿਤ ਨੂੰ ਨਹੀਂ ਪੜ੍ਹਦਾ, ਕਿਸੇ ਦੀ ਅੱਜ ਕੱਲ੍ਹ ਸਾਹਿਤ ਰੁਚੀ ਨਹੀਂ। ਇੰਟਰਨੈਟ ਆਨ ਕਰਕੇ, ਮੋਬਾਈਲ ਆਨ ਕਰਕੇ, ਕੋਈ ਬੱਚਾ ਮੈਨੂੰ ਅੱਜ ਦੱਸ ਦਿਓ ਕੋਈ ਨਾਵਲ ਪੜ੍ਹਦਾ ਦੇਖਿਆ ਹੋਵੇ, ਕਹਾਣੀ ਪੜ੍ਹਦਾ ਦੇਖਿਆ ਹੋਵੇ। ਹੁਣ ਤਾਂ ਇਹ ਆ ਵੀ ਸ਼ਾਰਟਕੱਟ 'ਚ ਜਿਹੜੀ ਤੁਸੀਂ ਗੱਲ ਕਰ ਸਕਦੇ ਆ, ਇੰਟਰਨੈਟ 'ਤੇ ਚੱਲ ਜਾਏ, ਉਹ ਨਿਆਣੇ ਭਾਵੇਂ ਸੁਣ ਲੈਣਗੇ। ਠੀਕ ਹੈ ਨਾ। ਨਾ ਹੁਣ ਅੱਜ ਕੱਲ੍ਹ ਜਿਹੜੀ ਬਿਜ਼ੀ ਲਾਈਫ ਹੈ, ਲੋਕਾਂ ਕੋਲ ਇੰਨਾ ਸਮਾਂ ਨਹੀਂ ਵੀ ਸ਼ੈਕਸਪੀਅਰ ਦੇ ਜਿਹੜੇ ਸਾਰੇ ਨਾਵਲ ਆ ਲੰਬੇ ਲੰਬੇ ਪੜ੍ਹੀ ਜਾਣ, ਜਾਂ ਵਾਰਿਸ ਸ਼ਾਹ ਦੀ ਹੀਰ ਪੜ੍ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ। ਜਿੱਦਾਂ ਪੁਰਾਣੇ ਬਜ਼ੁਰਗ ਹੁੰਦੇ ਸੀ, ਹੀਰ ਕਿਤਾਬ ਹੀ ਇਕੱਲੀ ਹੁੰਦੀ ਸੀ, ਉਹਨਾਂ ਨੇ ਹੇਕਾਂ ਲਾ ਲਾ ਪੜ੍ਹਨੀਆਂ ਪੁਰਾਣੇ ਬੁੜਿਆਂ ਨੇ। ਮਤਲਬ ਹੁਣ ਸਮੇਂ ਦੇ ਮੁਤਾਬਕ ਜਿਹੜਾ ਆ ਸਾਹਿਤ ਲਿਖਣ ਦਾ ਵੀ ਕੋਈ ਇੰਨਾ ਫਾਇਦਾ ਨਹੀਂ, ਕਿਉਂਕਿ ਜਦ ਇਹਨੂੰ ਪੜ੍ਹਦਾ ਹੀ ਕੋਈ ਨਹੀਂ ਤਾਂ ਲਿਖਣ ਦਾ ਕੀ ਫਾਇਦਾ। ਸਾਰਾ ਸਮਾਂ ਵੀ ਬਦਲ ਗਿਆ ਸਮੇਂ ਦੇ ਨਾਲ। ਸਮਾਂ ਦੇ ਨਾਲ ਸਾਹਿਤ ਦੀ ਥਾਂ ਹੁਣ ਸ਼ਾਰਟਕੱਟ ਜਿਹੜੀ ਮੈਟਰ ਆ, ਤੁਸੀਂ ਇੰਟਰਨੈਟ 'ਤੇ ਪਾਓ, ਉਹ ਕੋਈ ਦੇਖ ਲੈ, ਪੜ੍ਹ ਲੈ, ਸੁਣ ਲੈ, ਅਤੇ ਇਹ ਸਭ ਤੋਂ ਵਧੀਆ ਚੀਜ਼ ਹੈਗੀ ਆ। ਸੈਕੰਡਲੀ ਇਹ ਆ ਵੀ ਤੁਸੀਂ ਸਭ ਤੋਂ ਵੱਡੀ ਗੱਲ ਆ, ਸਿਮਰਨ ਨਾਲ ਆਪਣਾ ਮਨ ਲਾਓ, ਕਿਉਂਕਿ ਤੁਹਾਨੂੰ ਲਾਈਫ ਸਟੇਜ ਜਿੰਨੀਆਂ ਵੀ ਸਟੇਜਾਂ ਤੁਸੀਂ ਟੱਪ ਗਏ ਆ, ਆਖਰ ਤੁਹਾਨੂੰ ਜਿਹੜਾ ਐਂਡ ਆਉਣਾ ਨਾ ਤੁਹਾਡਾ ਸਿਮਰਨ 'ਤੇ ਖਤਮ ਹੋਣਾ। ਚਾਹੇ ਤੁਸੀਂ ਸਾਹਿਤ ਲਿਖ ਲਓ, ਚਾਹੇ ਤੁਸੀਂ ਬੈਸਟ ਐਥਲੀਟ ਬਣ ਜਾਓ, ਚਾਹੇ ਤੁਸੀਂ ਦੁਨੀਆ ਦੇ ਪ੍ਰਾਈਮ ਮਿਨਿਸਟਰ ਨਹੀਂ ਬਲਕਿ ਪੂਰੇ ਵਰਲਡ ਦੇ ਰਾਜਾ ਬਣ ਜਾਓ। ਜਦੋਂ ਬੰਦੇ ਦੀ ਡੈਥ ਹੁੰਦੀ ਆ, ਉਸ ਵੇਲੇ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਲਾਈਫ 'ਚ ਕੀ ਕੀਤਾ, ਸਮਝਦੇ ਆ। ਫਿਰ ਉਹਨੂੰ ਆਪਣੇ ਜਿਹੜੀ ਸਾਡੀ ਕਰਮ ਫਿਲੋਸਫੀ ਆ, ਚਾਹੇ ਉਹ ਸ਼੍ਰੀਮਦ ਭਗਵਤ ਗੀਤਾ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਆ, ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਤਾਂ ਸਾਰਾ ਜ਼ੋਰ ਹੀ ਇਹਦੇ 'ਤੇ ਦਿੱਤਾ। ਉਹਨਾਂ ਦੀ ਜਿਹੜੀ ਬਾਣੀ ਆ,
ਉਹ ਤਾਂ ਤਿੰਨ ਚੀਜ਼ਾਂ 'ਚ ਹੀ ਗੱਲ ਸਮੇਟ ਦਿੰਦੇ ਆ। ਮਨ ਬਚ ਕਰਮ, ਰਵਿਦਾਸ ਧਿਆਵਾ, ਘੰਟਾ ਝਾਲਰ ਮਨ ਹੀ ਵਜਾਵਾ। ਉਹ ਕਹਿੰਦਾ ਅਸੀਂ ਤਿੰਨ ਚੀਜ਼ਾਂ ਨੂੰ ਸਿਰਫ ਸੋਚਦੇ ਹਾਂ, ਇੱਕ ਮਨ ਨੂੰ, ਇੱਕ ਕਰਮ ਨੂੰ ਤੇ ਇੱਕ ਬਚਨ ਨੂੰ। ਤੁਹਾਡਾ ਮਨ ਕਿਹੜੇ ਪਾਸੇ ਜਾ ਰਿਹਾ, ਚੰਗੇ ਪਾਸੇ ਜਾ ਰਿਹਾ, ਮਾੜੇ ਪਾਸੇ ਜਾ ਰਿਹਾ। ਫਿਰ ਬਚਨ, ਤੁਸੀਂ ਚੰਗਾ ਬਚਨ ਬੋਲ ਰਹੇ ਆ ਜਾਂ ਮਾੜਾ ਬੋਲ ਰਹੇ ਆ। ਕਰਮ, ਤੁਸੀਂ ਚਾਹੇ ਫਿਜ਼ੀਕਲ ਕਰ ਰਹੇ ਆ, ਸੋਸ਼ਲ ਕਰ ਰਹੇ ਆ ਜਾਂ ਮੈਂਟਲ ਕਰ ਰਹੇ ਆ ਜਾਂ ਸਮਾਜਿਕ ਕਰ ਰਹੇ ਆ। ਇਹ ਸਾਰੇ ਦਾ ਸਾਰਾ ਜਿਹੜਾ ਆ, ਇਹ ਕਰਮ ਤੁਹਾਡਾ ਨੋਟ ਹੋਣਾ। ਇਸੇ ਕਰਮ ਦੇ ਬਿਨਾਂ ਤੇ ਤੁਹਾਡਾ ਅੱਗੇ ਜਿਹੜੀ ਲਿਸਟ ਤਿਆਰ ਹੋਣੀ ਆ, ਸਮਝਦੇ ਹੋ। ਸੋ ਅਖੀਰ ਜਾ ਕੇ ਸਾਨੂੰ ਜਦੋਂ ਬੁਢਾਪਾ ਆਉਣ ਦੀ ਗੱਲ ਨਹੀਂ, ਜਿਨ੍ਹਾਂ ਦੀ ਲਿਵ ਇਸ ਪਾਸੇ ਲੱਗੀ ਉਹਨਾਂ ਤਾਂ ਬਚਪਨ ਤੇ ਲੱਗ ਜਾਂਦੀ ਆ। ਮੈਂ ਕੋਈ ਹੁਣ ਨਹੀਂ ਪਰਮਾਤਮਾ ਦਾ ਨਾਮ ਲੈਣ ਲੱਗਾ, ਮੈਂ ਬਚਪਨ ਤੋਂ ਹੀ ਮੇਰੀ ਕੋਈ ਲਿਵ ਇਹੋ ਜਿਹੀ ਸੀ। ਨਾਨੀ ਜੀ ਮੇਰੇ ਸੀਗੇ, ਤੁਸੀਂ ਹੈਰਾਨ ਹੋਵੋਗੇ ਕਿ ਮੈਂ ਉਹਨਾਂ ਨਾਲ ਸੌਂਦਾ ਹੁੰਦਾ ਸੀ, ਕਿਉਂਕਿ ਮੇਰਾ ਮਾਮਾ ਨਹੀਂ ਸੀ ਸਕਾ ਕੋਈ ਵੀ। ਮੈਂ ਉਹਨਾਂ ਦੀ ਗੋਦ 'ਚ ਸੌਂਦਾ ਹੁੰਦਾ ਸੀ। ਉਹਨੇ ਮੈਨੂੰ ਕੋਰੀਅਨ ਪੜ੍ਹ, ਉਹਨੂੰ ਮੈਨੂੰ ਬਚਪਨ ਵਿੱਚ ਹੀ ਮੂਲ ਮੰਤਰ ਜਿਹੜਾ ਸੀ ਮੂੰਹ ਜ਼ਬਾਨੀ ਯਾਦ ਕਰਾਤਾ ਸੀ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਦਾ। ਮੈਂ ਬੜਾ ਹੈਰਾਨ ਹੁੰਦਾ, ਹੁਣ ਅੱਜ ਮੈਂ ਹੈਰਾਨ ਹੁੰਦਾ ਵੀ ਦੇਖੋ ਇੱਕ ਅਨਪੜ੍ਹ, ਟੋਟਲੀ ਅਨਪੜ੍ਹ ਸਾਡੀ ਨਾਨੀ, ਔਰ ਉਹਨੂੰ ਇੰਨਾ ਗਿਆਨ ਸੀ ਧਾਰਮਿਕ। ਜਦੋਂ ਵੀ ਉਹਨਾਂ ਨੇ ਕਦੀ ਆਟਾ ਵੀ ਗੁੰਨਣ ਲੱਗਣਾ ਤਾਂ ਪਹਿਲਾਂ ਵਾਹਿਗੁਰੂ ਕਹਿਣਾ। ਅੱਜ ਦੀ ਕੋਈ ਲੇਡੀ ਮਤਲਬ ਆਟਾ ਗੁੰਨਣ ਲੱਗੇ ਵਾਹਿਗੁਰੂ ਕਹਿੰਦੀ ਆ? ਸਵਾਲ ਨਹੀਂ ਪੈਦਾ ਹੁੰਦਾ। ਧਾਰ ਕੱਢਣੀ ਫੇਰ ਵਾਹਿਗੁਰੂ ਕਹਿਣਾ। ਦੁਧੂਨੇ ਦਾ ਜਿਹੜਾ ਦਹੀਂ ਹੁੰਦਾ ਸੀ, ਜਦੋਂ ਉਹਨੂੰ ਚਾਟੀ 'ਚ ਪਾਉਣਾ ਫੇਰ ਵਾਹਿਗੁਰੂ ਕਹਿਣਾ। ਹਾਂਜੀ, ਮਤਲਬ ਉਹਨਾਂ ਲੋਕਾਂ ਨੂੰ ਉਸ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਕਦਰ ਸੀ। ਕਦਰ ਸੀਗੀ ਜੋ ਅੱਜ ਦੇ ਸਮੇਂ ਦੇ ਵਿੱਚ ਉਹ ਨਹੀਂ ਰਹੀ। ਸੰਧੂ ਸਾਹਿਬ, ਤੁਸੀਂ ਗੱਲਬਾਤ ਕੀਤੀ ਆਪਣੀ ਜ਼ਿੰਦਗੀ ਦੇ, ਉਹ ਪਲ ਸਾਡੇ ਨਾਲ ਸਾਂਝੇ ਕੀਤੇ, ਉਤਰਾਅ ਚੜਾਅ ਦੱਸੇ, ਪੜ੍ਹਾਈ ਦੇ ਬਾਰੇ ਦੱਸਿਆ, ਨੌਕਰੀਆਂ ਦੇ ਬਾਰੇ ਦੱਸਿਆ, ਔਰ ਵੱਡੀ ਗੱਲ ਹੈ PCS ਦਾ ਪੇਪਰ ਤਾਂ ਕਲੀਅਰ ਕੀਤਾ, ਔਰ ਸਾਹਿਤ ਨਾਲ ਬਹੁਤ ਜ਼ਿਆਦਾ ਰੁਚੀ ਹੈ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਮੇਰੇ ਇੱਥੇ ਸਥਾਨ 'ਤੇ ਟੁੱਟੇ ਫੁੱਟੇ ਜਗ੍ਹਾ 'ਤੇ ਆਉਣ ਦਾ ਕੋਟ ਧੰਨਵਾਦ। ਵੈਸੇ ਮੈਂ ਚਾਹੁੰਦਾ ਨਹੀਂ ਸੀਗਾ ਵੀ ਮੈਂ ਇਹਨਾਂ ਚੱਕਰਾਂ 'ਚ ਪਵਾਂ। ਮੈਂ ਸੰਧੂ ਸਾਹਿਬ ਦੀ ਇੱਕ ਵਾਰੀ ਦੱਸ ਦਿੰਦਾ ਥੋੜ੍ਹੀ ਜਿਹੀ ਮਜਬੂਰੀ। ਸੰਧੂ ਸਾਹਿਬ ਨੂੰ ਬਹੁਤ ਮਜਬੂਰ ਕੀਤਾ ਸੀ ਇਸ ਇੰਟਰਵਿਊ ਦੇ ਲਈ। ਮੈਂ ਬੜੇ ਦਿਨਾਂ ਤੋਂ ਅਪਰੋਚ ਕਰ ਰਿਹਾ ਸੀਗਾ, ਆ ਕੇ ਗੇੜਾ ਮਾਰ ਕੇ ਸੰਧੂ ਸਾਹਿਬ ਨੂੰ ਮਿਲ ਕੇ ਚਲਾ ਜਾਂਦਾ ਸੀ, ਪਰ ਮਨ ਨਹੀਂ ਸੀ। ਪਰ ਅੱਜ ਵੀ ਨਹੀਂ ਸੀ ਮਨ, ਕਿਉਂਕਿ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ, ਸਾਹਿਤ ਦੇ ਤੌਰ ਦੇ ਉੱਤੇ ਔਰ ਪੜ੍ਹਾਈ ਦੇ ਤੌਰ ਦੇ ਉੱਤੇ। ਵੱਡੀ ਗੱਲ ਹੈ ਕਿ ਅੱਜ ਅਸੀਂ ਪੜ੍ਹਾਈ ਤੋਂ ਭੱਜਦੇ ਹਾਂ, ਪਰ ਇਹ ਪੜ੍ਹਾਈ ਹੀ ਮੈਂ ਦੇਖ ਰਿਹਾ ਵੀ ਜੇ ਇਹ ਸ਼ਖਸੀਅਤ ਹੈ, ਇਹਨਾਂ ਦੇ ਕੋਲ ਆਉਣ ਦਾ ਮੇਰਾ ਮਕਸਦ ਸਿਰਫ ਉਹ ਸੀਗਾ ਵੀ ਪੜ੍ਹਾਈ ਦੇ ਨਾਲ ਕਿੰਨਾ ਲਗਾਵ ਹੈ, ਅੱਖਰਾਂ ਦੇ ਨਾਲ ਇੰਨਾ ਲਗਾਵ ਹੈ ਕਿ ਅੱਜ ਇਸ ਕੁਦਰਤ ਦਾ ਆਨੰਦ ਵੀ ਇਸ ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਮਾਣ ਰਹੇ ਨੇ। ਇਸ ਕਰਕੇ ਆਪਾਂ ਧੰਨਵਾਦ ਵੀ ਇਹਨਾਂ ਦਾ ਕਰਦੇ ਹਾਂ, ਕਿਉਂਕਿ ਅੱਜ ਤੱਕ ਨਾ ਤਾਂ ਕਦੀ ਇਹਨਾਂ ਨੇ ਕਿਸੇ ਨੂੰ ਇੰਟਰਵਿਊ ਦਿੱਤਾ ਹੈ, ਨਾ ਕਿਸੇ ਰੇਡੀਓ 'ਤੇ ਇੰਟਰਵਿਊ ਦੇਣ ਗਏ ਨੇ, ਨਾ ਕਿਤੇ ਟੈਲੀਵਿਜ਼ਨ ਦੇ ਉੱਤੇ ਕੋਈ ਇੰਟਰਵਿਊ ਦਿੱਤਾ ਹੈ। ਈਵਨ ਇੰਟਰਨੈਟ ਤੱਕ ਦੀ ਕੋਈ ਕਵਿਤਾ ਇਹਨਾਂ ਨੇ ਆਪਣੀ ਗੋਦ ਬੋਲ ਕੇ ਨਹੀਂ ਪਾਈ। ਤਾਂ ਬਹੁਤ ਬਹੁਤ ਸੰਧੂ ਸਾਹਿਬ ਇਸ ਗੱਲ ਲਈ ਵੀ ਤੁਹਾਡਾ ਧੰਨਵਾਦ। ਕਿਸਾਨਾਂ ਦੇ ਬਾਰੇ 'ਚ ਪਾਈ ਹੈ। ਹਾਂ, ਇੱਕ ਕਵਿਤਾ ਪਾਈ ਆ, ਉਹ ਵੀ ਤੁਸੀਂ ਮੁੰਡਿਆਂ ਨੇ ਪਿੰਡ ਦਿਆਂ ਨੇ ਨੋਟ ਕਰਕੇ ਤੁਹਾਡੀ ਰਿਕਾਰਡ ਕਰਕੇ। ਤਾਂ ਇਹ ਸਨ ਜਮੀਅਤ ਰਾਏ ਸੰਧੂ, ਪੰਜਾਬ ਤੇ ਉਹ ਲੇਖਕ ਜਿਹੜੇ ਅੱਜ ਵੀ ਗੁਮਨਾਮੀ ਦੀ ਜ਼ਿੰਦਗੀ ਜਿਉ ਰਹੇ ਨੇ। ਇਹ ਗੁਮਨਾਮੀ ਇਸ ਕਰਕੇ ਨਹੀਂ ਹੈ ਵੀ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ, ਇਹ ਗੁਮਨਾਮੀ ਇਸ ਕਰਕੇ ਹੈ ਕਿਉਂਕਿ ਉਹ ਅੱਗੇ ਆਉਣਾ ਹੀ ਨਹੀਂ ਚਾਹੁੰਦੇ। ਪਿੱਛੇ ਰਹਿ ਕੇ ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਕੁਦਰਤ ਦਾ ਆਨੰਦ ਮਾਣਦਿਆਂ ਹਰ ਇੱਕ ਪਹਿਲੂ ਦੇ ਉੱਤੇ ਲਿਖਣ ਦਾ ਯਤਨ ਕਰਦੇ ਨੇ। ਵੱਡੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਵੀ ਵਾਪਰੀਆਂ ਇਹਨਾਂ ਦੇ ਨੇ। ਤੁਸੀਂ ਸੁਣਿਆ ਵੀ ਕਿਸ ਤਰੀਕੇ ਨਾਲ ਪਰਿਵਾਰ ਦਾ ਵਿਛੋੜਾ ਹੋਇਆ, ਅਲੱਗ ਹੋਏ, ਔਰ ਨੌਕਰੀਆਂ ਸਰਕਾਰੀ ਕਿੰਨੀਆਂ ਕੀਤੀਆਂ, PCS ਦਾ ਪੇਪਰ ਤਾਂ ਕਲੀਅਰ ਕੀਤਾ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ ਜੋ ਅੱਜ ਦੇ ਯੂਥ ਨੂੰ, ਸਾਨੂੰ, ਤੁਹਾਨੂੰ ਸਮਝਣ ਦੀ ਲੋੜ ਹੈ, ਤਾਂ ਜੋ ਅਸੀਂ ਵੀ ਅੱਖਰਾਂ ਦੇ ਨਾਲ ਪਿਆਰ ਪਾ ਸਕੀਏ ਔਰ ਪੜ੍ਹ ਲਿਖ ਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੀਏ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਬੋਦਲ, ਜ਼ਿਲ੍ਹਾ ਹੁਸ਼ਿਆਰਪੁਰ।